ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੱਟੀ ਸਾਹਿਬ ਵੈਲਕਮ ਜੀ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਨਤੀਜੇ ਆਉਣੇ ਨੇ, ਨਤੀਜਿਆਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਆਪਣੇ ਵਿਧਾਇਕਾਂ ਨੂੰ ਸੰਭਾਲਣ ਲੱਗੀਆਂ ਨੇ। ਬਣਾਏ ਉਹਨੇ ਬਾਲਾਸਰ ਫਾਰਮ ਵਰਗੇ ਫਾਰਮ, ਇਹਨਾਂ ਨੇ ਵੀ ਆਪੋ ਆਪਣੇ ਬਾਅਦ ਦੇ ਵਿੱਚ ਬਈ ਇਹ ਜ਼ਰੂਰੀ ਆ ਇੱਕ ਦਾ ਬਣਾ ਛੱਡੋ। ਹਾਂਜੀ, ਕੀ ਕਹਿਣਾ ਚਾਹੋਗੇ? ਵੇਖੋ, ਜਿਹੜੇ ਆਪੋ ਆਪਣੇ ਵਿਧਾਇਕ ਸੰਭਾਲਣ ਦੀ ਗੱਲ ਦੋ ਹੀ ਵੱਡੀਆਂ ਪਾਰਟੀਆਂ ਨੇ, ਕਾਂਗਰਸ ਤੇ ਆਪ। ਜਿਹੜੀ ਬੀਜੇਪੀ ਆ ਉਹ ਸੋਚ ਰਹੀ ਆ ਵੀ 10 ਸੀਟਾਂ ਸਾਨੂੰ ਮਿਲ ਜਾਣ ਤੇ 30 ਜੇ ਅਕਾਲੀ ਦਲ ਲੈ ਜਾਵੇ, 40 ਬੰਦੇ, ਬਾਕੀ ਅਸੀਂ 20 ਸੀਟ ਤੋੜ ਲੈਣੇ ਇਧਰੋਂ। ਉਸੇ ਗੱਲ ਚਿੰਤਾਵਾਂ ਨੂੰ ਲੈ ਕੇ ਬਕਾਇਦਾ ਤੌਰ ਤੇ ਜਿਹੜੀ ਕਾਂਗਰਸ ਪਾਰਟੀ, ਉਹਨਾਂ ਨੇ ਆਪਣੇ ਜੈਪੁਰ ਦੇ ਵਿੱਚ ਤੇ ਆਪਣੇ ਜੋਧਪੁਰ ਦੇ ਵਿੱਚ ਬਕਾਇਦਾ ਤੇ ਹੋਟਲ ਬੁੱਕ ਕਰਾਤੇ ਤੇ ਕਈਆਂ ਨੂੰ ਕਹਿਤਾ ਪਰਿਵਾਰ ਸਮੇਤ ਚਲ ਜਾਓ ਉੱਥੇ ਤੁਸੀਂ ਆਪਣੇ, ਕੋਈ ਗੱਲ ਨਹੀਂ, ਤੁਹਾਡੇ ਸਰਟੀਫਿਕੇਟ ਆਪੇ ਲੈ ਲਾਂਗੇ ਅਸੀਂ। ਹੁਣ ਉਹ ਤਾਂ ਉਧਰ ਨੂੰ ਕੂਚ ਕਰ ਜਾਣਗੇ, ਨਾਲੇ ਐਸ਼ ਕਰਨਗੇ, 10-15 ਜਿੱਥੇ ਰਹਿਣਾ ਪਊਗਾ ਉੱਥੇ। ਹੁਣ ਜਿਹੜੀ ਆਮ ਆਦਮੀ ਪਾਰਟੀ ਕਿੱਥੇ ਭੇਜੇ ਉਹਨਾਂ ਨੂੰ? ਉਹਨਾਂ ਕੋਲ ਜਗ੍ਹਾ ਕੋਈ ਨਹੀਂ। ਜੇ ਉਹ ਦਿੱਲੀ ਭੇਜਦੇ ਤੇ ਦਿੱਲੀ ਉੱਥੇ ਪੁਲਿਸ ਜਿਹੜੀ ਉਹ ਬਕਾਇਦਾ ਤੌਰ ਤੇ ਜਿਹੜੀ ਆ ਉਹ ਕੇਂਦਰ ਸਰਕਾਰ ਕੋਲੇ ਆ ਤੇ ਪੁਲਿਸ ਹੀ ਹਿਫਾਜ਼ਤ ਕਰ ਸਕਦੀ ਹੈ। ਹੁਣ ਇਹਨਾਂ ਨੇ ਪ੍ਰੋਗਰਾਮ ਬਣਾਇਆ ਵੀ ਇੱਥੋਂ ਜਹਾਜ਼ ਪਾਇਆ ਜਾਵੇ ਤੇ ਸਿੱਧਾ ਪੱਛਮੀ ਬੰਗਾਲ ਭੇਜਿਆ ਜਾਵੇ ਮਮਤਾ ਬੈਨਰਜੀ ਕੋਲੇ। ਮਤਲਬ ਆਪਣੇ ਵਿਧਾਇਕਾਂ ਨੂੰ ਬਚਾਉਣ ਵਾਸਤੇ ਕਿੱਥੋਂ ਤੱਕ ਪਹੁੰਚ ਕੀਤੀ ਜਾ ਰਹੀ। ਜੇ ਕਿਤੇ ਵਿਧਾਇਕਾਂ ਦੇ ਵਿੱਚ ਵਡਿਆਲੋ ਜੀ ਵਿਚਾਰਧਾਰਾ ਹੋਵੇ ਤੇ ਕੋਈ ਖਤਰਾ ਨਾ ਹੋਵੇ ਉਹਨਾਂ। ਅੱਜ ਵੀ ਤੁਸੀਂ ਵੇਖੋ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇੱਕ ਗਲਤੀ ਕੀਤੀ ਸੀ, ਬਕਾਇਦਾ ਤੌਰ ਤੇ 2 ਕਾਮਰੇਡਾਂ ਦੇ 2002 ਜਿੱਤੇ ਸੀ ਇਹਨਾਂ ਦੇ ਆਪਣੇ ਮੈਂਬਰ। ਇੱਕ ਨੱਥੂ ਰਾਮ ਬੱਲੂਆਣੇ ਤੋਂ ਜਿੱਤਿਆ ਸੀ ਤੇ ਇੱਕ ਗੁਰਜੰਟ ਸਿੰਘ ਕੁੱਤੀ ਵਾਲ ਜਿੱਤਿਆ ਸੀ ਮੇਖੇ ਦੇ ਮਾਨਸਾ ਪਾਸੇ ਜੀ। ਦੋਵੇਂ ਖਰੇ ਰਹੇ, ਲੇਕਿਨ ਕੈਪਟਨ ਨੇ ਗਲਤੀ ਕੀਤੀ ਵੀ ਆਖਰ ਆ ਕੇ ਉਹਨਾਂ ਨੂੰ ਆਪਣੀ ਪਾਰਟੀ ਸ਼ਾਮਲ ਕਰ ਲਿਆ, ਕਾਂਗਰਸ ਦੀ। ਜੋ ਕਾਂਗਰਸ ਸ਼ਾਮਲ ਕਰ ਲਿਆ, ਫਿਰ ਕਾਮਰੇਡਾਂ ਨੇ ਕਿਹਾ ਭਾਈ ਹੁਣ ਤੁਹਾਨੂੰ ਅਸੀਂ ਸਰਕਾਰ ਨਹੀਂ ਬਣਾਉਣ ਦਿੰਦੇ ਮਰਜ਼ੀ। 2007 ਦੇ ਵਿੱਚ ਅਲਾਇੰਸ ਕਾਮਰੇਡਾਂ ਦਾ ਰਹਿਣਾ ਤੇ ਕੈਪਟਨ ਦੀ ਸਰਕਾਰ ਪੱਕੀ ਸੀ। 2012 ਚ ਨਹੀਂ ਸੀ ਲੈਣੀ, ਲੇਕਿਨ ਇੱਕ ਗਲਤੀ ਕੀਤੀ ਤੇ 2 ਵਾਰੀ ਫਿਰ 10 ਸਾਲ ਜਿਹੜਾ ਸੀ ਸੱਤਾ ਤੋਂ ਬਾਹਰ ਰਹੇ। ਕਾਮਰੇਡਾਂ ਦੇ ਵਿੱਚ ਚੀਜ਼ ਦੀ ਗੱਲ ਨਹੀਂ, ਕਹਿੰਦਾ ਜੋ ਕਰਨਾ ਕਰ ਲਓ, ਸਾਨੂੰ ਕੋਈ ਪਰਵਾਹ ਨਹੀਂ। ਨਾ ਤਾਂ ਸਾਡੀਆਂ ਕੋਈ ਫੈਕਟਰੀਆਂ ਚੱਲਦੀਆਂ, ਨਾ ਅਸੀਂ ਵੱਡੇ ਕੋਈ ਜ਼ਿਮੀਦਾਰ ਆ। ਜੋ ਸਾਡੇ ਕੋਲ ਹੈਗਾ ਸਾਹਮਣੇ ਹੈਗਾ ਵਾ, 34 ਲੱਖ ਤੁਸੀਂ ਇਹਨੇ ਖਰਚ ਕਰਨਾ ਤੇ ਅਸੀਂ ਤਾਂ ਆਪਣੇ ਕੰਮ 5 ਲੱਖ ਖਤਮ ਕਰ ਲੈਂਦੇ ਜੀ। ਹੁਣ ਚੱਕਰ ਇਹ ਆ, ਉਹਨਾਂ ਨੂੰ ਖਤਰਾ ਕੋਈ ਨਹੀਂ ਸੀ, ਨਾ ਉਹ ਛੇਤੀ ਕਿਤੇ ਟਲਦੇ ਹੀ ਆ। ਇਹਨਾਂ ਦੀ ਪਤਾ ਤੁਹਾਨੂੰ ਮੈਂ ਅੱਗੇ ਵੀ ਗੱਲ ਕੀਤੀ ਹੈ ਕਿ ਜੇ ਕਿਤੇ 59 ਸੀਟਾਂ ਤੋਂ ਆਮ ਆਦਮੀ ਪਾਰਟੀ ਦੇ 2-4 ਵੀ ਘੱਟ ਰਹਿ ਗਏ ਤੇ ਇਹਨਾਂ ਦੇ ਵਿਧਾਇਕ ਡੱਡੂਆਂ ਦੀ ਪੰਸੇਰੀ ਵਾਂਗ ਖਿੱਦਰਨੇ। ਦੂਜੇ ਪਾਸੇ ਕਾਂਗਰਸ ਦੀ ਪ੍ਰਵਿਰਤੀ ਵੀ ਰਹੀ ਆ, ਉਹ ਰਹੇ ਸੱਤਾ 'ਚ, ਹਮੇਸ਼ਾ ਸੱਤਾ 'ਚ ਰਹਿਣ ਕਰਕੇ ਸੱਤਾ ਦੀ ਭੁੱਖ ਜ਼ਿਆਦੀ ਉਹਨਾਂ ਨੂੰ। ਇਸੇ ਕਰਕੇ ਜਾ ਕੇ ਬਕਾਇਦਾ ਤੌਰ ਤੇ ਰਾਹੁਲ ਗਾਂਧੀ ਨੇ ਗੁਜਰਾਤ 'ਚ ਕਿਹਾ, ਆਪਣੀ ਪਾਰਟੀ ਨੂੰ ਕਿਹਾ ਭਾਈ ਜਿਹਦੇ ਕੌਰਵਾ ਬਣਦਾ ਸ਼ੱਕ ਪੈਂਦਾ ਤੇ ਪਾਰਟੀ ਕੱਢਦੇ ਹੋਣੇ ਪਹਿਲੇ ਕੱਢ ਤੋੜਦੇ ਬੀਜੇਪੀ ਵਾਲੇ ਪਾਸੇ। ਜਿੱਤਣ ਸਾਡੇ ਵਾਲੇ ਪਾਸੋਂ ਤੇ ਮੁੜ ਕੇ ਵੋਟਾਂ ਦੇ ਕੁਦਰ ਪੋ। ਇਹ ਬੜਾ ਵੱਡਾ ਫੈਸਲਾ ਨਹੀਂ ਰਾਹੁਲ ਗਾਂਧੀ ਦਾ। ਪਹਿਲੀ ਗੱਲ ਤੇ ਮੈਂ ਦੱਸ ਦਿਆਂ, ਰਾਹੁਲ ਗਾਂਧੀ ਨੇ ਇੱਕ ਫੈਸਲਾ ਕਰ ਲਿਆ ਵੀ ਆ ਬੁੱਢਿਆਂ ਨੂੰ ਮੈਨੂੰ ਲੱਗੇ ਨਹੀਂ, ਅੱਗੇ ਲੱਗਣ ਨਹੀਂ ਆਉਣ ਦੇਣਾ, ਇਹਨਾਂ ਬੁੱਢਿਆਂ ਨੂੰ ਖੱਡੇ ਦਾ ਲਾਓ ਪਹਿਲਾਂ, ਅਗਲੀ ਗੱਲ ਫਿਰ ਕਰਾਂਗੇ ਆਪਾਂ। ਹੁਣ ਜੇ ਆਪਣੇ ਵਿਧਾਇਕ ਆਮ ਆਦਮੀ ਪਾਰਟੀ ਭਾਵੇਂ ਪੁਸ਼ਟੀ ਕੋਈ ਨਹੀਂ ਕਰ ਰਿਹਾ ਇਸ ਗੱਲ ਦੀ, ਲੇਕਿਨ ਕਨਸੋਆਂ ਆ ਰਹੀਆਂ, ਚਰਚਾਵਾਂ ਚੱਲਦੀਆਂ, ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਵੀ ਆਮ ਆਦਮੀ ਪਾਰਟੀ ਜੇ ਆਪਣੇ ਵਿਧਾਇਕ ਬਕਾਇਦਾ ਤੌਰ ਤੇ ਮਮਤਾ ਬੈਨਰਜੀ ਕੋਲ ਭੇਜਦੀ ਆ, ਪਰ ਇਹਨਾਂ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਵੀ ਅੱਜ ਕੱਲ ਮਮਤਾ ਬੈਨਰਜੀ ਦੀ ਮੋਦੀ ਦਾ ਕਾਫੀ ਨੇੜਤਾ, ਕਿਉਂਕਿ ਮਮਤਾ ਬੈਨਰਜੀ ਨੂੰ ਬਕਾਇਦਾ ਤੌਰ ਤੇ ਕਿਹਾ ਸੀ ਤੂੰ ਕਾਂਗਰਸ ਨੂੰ ਖੁੱਡੇ ਲੋੜ ਦੀ ਖਾਤਰ ਜਿਹੜਾ ਸੀ ਜਾ ਕੇ ਗੋਆ 'ਚ ਇਲੈਕਸ਼ਨ ਲੜ, ਤੂੰ ਪੰਜਾਬ 'ਚ ਇਲੈਕਸ਼ਨ ਲੜ, ਜਾ ਕੇ ਤੂੰ ਇੱਕ ਪਾਰਟੀ ਬਣਾ, ਤੀਸਰਾ ਫਰੰਟ ਬਣਾਇਆ ਕਾਂਗਰਸ ਨੂੰ ਪਾਸੇ ਲਾਉਣ ਵਾਸਤੇ। ਉਹ ਨਹੀਂ, ਕਾਂਗਰਸ ਵੱਖਰੀ ਗੱਲ ਆ, ਪੂਰੀ ਕੋਸ਼ਿਸ਼ ਕੀਤੀ ਉਹਨੇ। ਜਦੋਂ ਮੋਦੀ ਸਾਹਿਬ ਦੀ ਮੁਲਾਕਾਤ ਤੋਂ ਬਾਅਦ ਹੀ ਸਾਰੀ ਕਾਰਵਾਈ ਕੀਤੀ, ਜਾ ਕੇ ਮਹਾਰਾਸ਼ਟਰ ਜਾ ਕੇ ਮਿਲੀ ਸੀ, ਉੱਥੇ
ਸ਼ਰਦ ਕੁਮਾਰ ਨੂੰ ਮਿਲੀ ਸੀ, ਬਕਾਇਦਾ ਤੌਰ ਤੇ ਉਦਮ ਠਾਕਰੇ ਨੇ ਮਿਲ ਤੋਂ ਇਨਕਾਰ ਕਰਤਾ ਸੀ ਮੈਂ ਬਿਮਾਰ ਹਾਂ ਜੀ। ਜਾ ਕੇ ਕਰਨਾਟਕਾ ਚ ਗਈ ਸੀ, ਤਮਿਲਨਾਡੂ ਗਈ ਸੀ, ਲੇਕਿਨ ਬਹੁਤੇ ਕਿਸੇ ਪੱਠੇ ਨਹੀਂ ਪਾਏ। ਪੱਠੇ ਨਾ ਪਾਉਣ ਤੋਂ ਬਾਅਦ ਚੁੱਪ ਕਰ ਕਹਿ ਦੇਗੀ, ਕਿਉਂਕਿ ਜਿੰਨੀਆਂ ਪਾਰਟੀਆਂ ਕੋਈ ਉਹਨਾਂ ਨੇ ਇੰਨੀ ਗੱਲ ਕਹੀ ਵੀ ਅੱਜ ਵੀ ਕਾਂਗਰਸ ਪਾਰਟੀ ਜਿਹੜੀ ਆ ਹਿੰਦੁਸਤਾਨ ਦੀ ਦੂਸਰੀ ਵੱਡੀ ਪਾਰਟੀ, ਕਾਂਗਰਸ ਤੋਂ ਬਗੈਰ ਆਪਾਂ ਕਾਮਯਾਬ ਨਹੀਂ ਹੋ ਸਕਦੇ, ਆਪਾਂ ਨੂੰ ਕਾਂਗਰਸ ਨਾਲ ਲੜਨਾ ਪਊ। ਇਸ ਕਰਕੇ ਹੁਣ ਪੰਜਾਬ ਦੇ ਵਿੱਚ ਹਾਲਤ ਬਣੀ ਪਈ ਆ, ਆਪਣੇ ਵਿਧਾਇਕ ਜਿਹੜੇ ਦੂਜੀਆਂ ਪਾਰਟੀਆਂ ਚ ਆਏ ਸੀ, ਇਹਨਾਂ ਬਾਰੇ ਸੁਖਬੀਰ ਸਿੰਘ ਬਾਦਲ ਕਈ ਵਾਰੀ ਪੁੱਲ ਜੀ ਕਹਿ ਵੀ ਦਿੰਦੇ ਆ, ਉਹ ਕੋਈ ਨਹੀਂ ਆਪਣੇ ਭੇਜੇ ਉੱਥੇ ਗਿਆ, ਜਦੋਂ ਲੋੜ ਪਈ ਇੱਧਰ ਸੱਦ ਲਾਂਗੇ। ਇੱਥੇ ਰੱਖ, ਨਾਲੇ ਉਹਨਾਂ ਨੂੰ ਦਾਗੀ ਕਰਤਾ, ਭਾਵੇਂ ਉਦਾਂ ਹੀ ਗਏ ਹੁਣ। ਬਿਲਕੁਲ ਜੀ ਜੀ ਜੀ। ਦਿੱਲੀ ਸਰਕਾਰ ਤੁਹਾਡਾ ਵੀ ਪ੍ਰਤੀਕਰਮ ਲੈ ਲਈਏ, ਕਿਸਾਨਾਂ ਦੇ ਖਿਲਾਫ ਜਿਹੜੇ ਦਰਜ ਕੀਤੇ ਕੇਸ ਨੇ ਵਾਪਸ ਲੈ ਲਏ ਨੇ, ਕੀ ਕਹਿਣਾ ਚਾਹੋਗੇ? ਦੇਖੋ ਚੰਗੀ ਗੱਲ ਆ ਜੀ, ਕਹਿੰਦੇ ਜੇ ਹਨੇਰੀ ਆਈ ਤੇ ਮੀਂਹ ਦੀ ਵਿਆਸ ਵੱਜੀ ਹੈ। ਜੇ ਦਿੱਲੀ ਸਰਕਾਰ ਨੇ ਜਿਹੜੇ ਸੀ ਇਹਨਾਂ ਦੇ ਸਤਿੰਦਰ ਜੈਨ ਨੇ ਬਕਾਇਦਾ ਤੌਰ ਤੇ ਕਹਿਤਾ ਕੇਸ ਵਾਪਸ ਲੈ ਰਹੇ ਆ, ਆਪਣੀ ਫਾਈਲ ਭੇਜ ਦਿੱਤੀ ਹੈ ਗਵਰਨਰ ਨੂੰ, ਲੈਫਟੀਨੈਂਟ ਗਵਰਨਰ ਨੂੰ, ਠੀਕ ਆ ਸਾਈਨ ਕਰ ਦੇਣਗੇ, ਕੋਈ ਗੱਲ ਨਹੀਂ। ਸਰ ਇੰਜ ਲੈ 54 ਕੇਸ ਦਰਜ ਕੀਤੇ, ਹਾਲ ਦੀ ਕੜੀ 17 ਕੇਸ ਵਾਪਸ ਲਏ, 50 ਬਾਕੀ ਕਿਸੇ ਦੀ ਬਾਕੀ ਹੈ। ਤੇ ਜੇ ਇਹ ਪ੍ਰਕਿਰਿਆ ਸ਼ੁਰੂ ਕੀਤੀ ਹੈ ਤੇ ਉਮੀਦ ਹੈ ਕਿ ਕੱਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਭੁੱਲਰ ਦੀ ਰਿਹਾਈ ਵੀ ਪੱਕੇ ਤੌਰ ਤੇ ਹੋਗੀ। ਜੀ ਜੀ ਜੀ, ਉਸ ਪਾਸੇ ਵੱਲ ਵੱਧ ਰਹੇ ਸੀ। ਪੰਜਾਬ ਦੇ ਵਿੱਚ ਸਰਕਾਰ ਦੀ ਆਪ ਦੀ ਬਣੀ ਤੇ ਪਹਿਲਾ ਕੰਮ ਦਿੱਲੀ ਸਰਕਾਰ ਕਰੇਗੀ, ਭੁੱਲ ਲਿਜਾ ਕਰੇਗੀ। ਤੇ ਇਹ ਕੇਸ ਵਾਪਸ ਲੈਣ ਦਾ ਵੀ ਜਿਹੜਾ ਇਸੇ ਕਰਕੇ ਕੀਤਾ ਵੀ ਇਹਦੇ ਵਿੱਚ ਬਹੁਤੇ ਜਿਹੜੇ ਕੇਸ ਉਹ ਪੰਜਾਬ ਦੇ ਕਿਸਾਨਾਂ ਦੇ, ਹਰਿਆਣਾ ਦੇ, ਯੂਪੀ ਦੇ ਇੱਕਾ ਦੁੱਕਾ ਕੋਈ ਹੋਊ, ਸਾਰੇ ਪੰਜਾਬ ਦੇ ਕਿਸਾਨਾਂ ਦੇ ਵੀ। 53 ਜਿਹੜੇ 17 ਕੇਸ ਲੈ ਦਿੱਤੇ ਨੇ, ਬਾਕੀ ਵੀ ਕੇਸ ਵਾਪਸ ਹੋ ਜਾਣਗੇ, ਭੁੱਲਰ ਦੀ ਰਿਹਾਈ ਵੀ ਹੋ ਜਾਏਗੀ। ਤੇ ਤੁਸੀਂ ਵੇਖੋ ਇੱਕ ਜੇ ਕਿਤੇ ਆਪ ਦੀ ਸਰਕਾਰ ਬਣ ਗਈ, ਪਹਿਲੇ 2-4-6 ਮਹੀਨੇ ਚ ਇਹੋ ਜਿਹਾ ਵੱਡਾ ਕੰਮ ਕਰਨਗੇ, ਲੋਕ ਗੁਣ ਹੋਣਗੇ ਜਦੋਂ ਦਿੱਲੀ ਚ ਗਾਉਂਦੇ ਕੇਜਰੀਵਾਲ ਦੇ, ਮੁੜ ਕੇ ਬਚਾ ਕੇ ਭਾਵੇਂ ਸੁਹਾਗਾ ਫਿਰ ਜੇ ਚੱਟ ਫਿਰ, ਬਾਕੀ ਦੀ ਕੋਈ ਗੱਲ ਨਹੀਂ ਜੀ। ਚੋਣ ਨਤੀਜਿਆਂ ਲੈ ਕੇ ਹੰਗਾਮੀ ਮੀਟਿੰਗ ਸੱਦੀ ਹੈ ਕਹਿੰਦੇ ਭਾਜਪਾ ਨੇ। ਬਿਲਕੁਲ 3 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੀ ਇਹਨਾਂ ਨੇ ਹੰਗਾਮੀ ਮੀਟਿੰਗ ਬੁਲਾ ਲਈ। ਉਸ ਹੰਗਾਮੀ ਮੀਟਿੰਗ ਦੇ ਵਿੱਚ ਇਹੀ ਵਿਚਾਰ ਚਰਚਾ ਕੀਤੀ ਜਾਏਗੀ ਸਰਵੇ ਕੀ ਕਹਿੰਦੇ ਆ। ਜਿਹੜੇ ਉਹਨਾਂ ਆਪਣੇ ਸਰਵੇ ਕਰਾਏ, ਉਹ ਉਹਨਾਂ ਨੂੰ ਇੰਝ ਲੱਗਦਾ ਵੀ ਜਿਵੇਂ ਅਸੀਂ 10 ਸੀਟਾਂ ਜਿੱਤਣੀਆਂ ਹੁੰਦੀਆਂ। ਆਪਾਂ ਕੱਲ ਵੀ ਸ਼ਾਇਦ ਗੱਲ ਕੀਤੀ ਹੋਗੀ, ਮੈਨੂੰ ਯਾਦ ਨਹੀਂ, ਕਿ ਬਕਾਇਦਾ ਤੌਰ ਤੇ ਇੱਕ ਅਖਬਾਰ ਰਾਹੀਂ ਅਕਾਲੀ ਦਲ ਨੇ ਆਪਣਾ ਸਰਵੇ ਕਰਾਇਆ ਤੇ ਸਾਨੂੰ ਸਰਵੇ ਕਰਕੇ ਦੱਸੋ ਅਸੀਂ ਕਿੱਥੇ ਖੜੇ ਆ। ਉਹ ਅਖਬਾਰ ਨੇ ਆਪਣੇ ਫਰੰਟ ਪੇਜ ਤੇ ਰਿਪੋਰਟ ਵੀ ਛਾਪਤੀ, ਅੰਗਰੇਜ਼ੀ ਅਖਬਾਰ ਨੇ। ਉਹਦੇ ਵਿੱਚ ਅਖਬਾਰ ਨੇ ਕਿਹਾ ਭਾਈ ਐਵੇਂ ਬਹੁਤੇ ਪੁੱਤਰੇ ਨਾ ਫਿਰ ਉਹ ਤੁਹਾਨੂੰ 20 ਤੋਂ ਲੈ ਕੇ 25 ਤੋਂ ਸੀਟਾਂ ਨਹੀਂ ਮਿਲਦੀਆਂ ਜੀ। ਜੇ ਹੁਣ ਭਾਜਪਾ ਵਾਲੇ ਸਾਨੂੰ 10 ਕਹਿਣ ਤੇ ਉਹਨਾਂ ਵੀ 5 ਤੋਂ ਲੈ ਕੇ 7 ਤੋਂ ਸੀਟਾਂ ਨਹੀਂ ਮਿਲਣੀਆਂ ਇਹਨਾਂ ਨੂੰ। ਮਤਲਬ 30 ਦੇ ਉੱਤੇ ਇਹ ਅੜ ਜਾਣਾ ਦੋਵਾਂ ਜਾਣੇ, 30-35 ਅੜ ਜਾਣਾ। ਲੇਕਿਨ ਭਾਜਪਾ ਇਹ ਮਹਿਸੂਸ ਕਰਦੀ ਅਸੀਂ 40 ਸੀਟਾਂ ਲੈ ਜਾਗੇ, ਜਿਵੇਂ ਮਿਲਾ ਕੇ 40-45, ਤੇ ਫਿਰ ਬਾਕੀ ਸਾਨੂੰ ਅਰੇਂਜ ਕਰਨੇ ਬਹੁਤੇ ਔਖੇ ਨਹੀਂ ਹੈਗੇ। ਬਾਕੀ ਤੇ ਫਿਰ ਅਸੀਂ ਜਿਹੜੀ ਅਮਰੀਕਨ ਗ੍ਰਾਂਟ ਜਿਹੜੀ ਉਹ ਖੋਲ ਦੇਣੀ, ਬੋਰੀਆਂ ਉਹਦੀਆਂ ਚੁੱਕੇ ਜਾਓ ਤੇ ਨਾਲ ਹੀ ਪਟਕਾ ਪਵਾਈ ਜਾਓ ਤੇ ਸਾਡੇ ਵਾਲੇ ਪਾਸੇ ਆਈ ਜਾਓ ਤੇ ਕਮਲ ਦਾ ਫੁੱਲ ਸਗਾਈ ਜਾਓ। ਇਸ ਕਰਕੇ ਉਹਨਾਂ ਕੱਲ ਮੀਟਿੰਗ ਕਾਲ ਕੀਤੀ ਆ। ਇਹ ਮੀਟਿੰਗ ਦੀ ਅੰਦਰੂਨੀ ਬਾਹਰ ਨਿਕਲਦਾ ਕੁਛ ਨਿਕਲਦਾ ਤੇ ਪਤਾ ਕੋਈ ਨਹੀਂ, ਕਿਉਂ ਬੜੀ ਸੀਕ੍ਰੇਟ ਮੀਟਿੰਗ ਰੱਖੀ ਇਹਨਾਂ ਨੇ। ਤੇ ਸੀਕ੍ਰੇਟ ਮੀਟਿੰਗ ਜਿਹੜੀ ਆ ਵੈਸੇ ਤੇ ਉਹ ਕਾਮਿਆਂ ਦੀ ਸੀਕ੍ਰੇਟ ਮੀਟਿੰਗ ਉਹ ਤੇ ਕਹਿੰਦੇ ਰੋਸ਼ਨਦਾਨ ਬੰਦ ਕਰ ਦਿਓ, ਨਹੀਂ ਬਾਹਰ ਗੱਲ ਨਾ ਜਾਵੇ ਇੱਥੋਂ ਤੇ ਗੱਲ ਫਿਰ ਬਾਹਰ ਆ ਜਾਂਦੀ, ਦੱਸਣੇ ਫਿਰ ਦੱਸ ਦਿੰਦੇ ਆ, ਕੋਈ ਗੱਲ ਨਹੀਂ ਜੀ। ਇਹ ਕੱਲ ਮੀਟਿੰਗ ਹੋਈ ਸੀ, ਦੱਸ ਦੇਣਾ ਸਾਰੇ ਸਾਨੂੰ ਵੀ ਕੀ ਗੱਲ ਕੀ ਨਹੀਂ ਹੋਈ, ਫਿਰ ਕੱਲ ਗੱਲ ਕਰਾਂਗੇ ਆਪਾਂ ਜੀ। ਇੱਧਰ ਮੇਰੇ ਨਾਲ ਕਾਲਰ ਨੇ, ਆਓ ਦੇਖਦੇ ਆ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਫੱਟੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਚਾਹੂੰ ਇੱਕ ਬੇਨਤੀ ਆ, ਫੋਨ ਨਾ ਕੱਟਿਓ। ਨਹੀਂ ਵੀਰ ਜੀ, ਮੈਂ ਕੱਟੂਗਾ ਜੀ, ਪਹਿਲਾਂ ਕਹਿ ਦਵਾਂ ਜੇ ਤੁਸੀਂ ਗਲਤ ਬੋਲੋਗੇ ਮੇਰੇ ਪ੍ਰੋਗਰਾਮ ਦੀ ਬਾਰਡਰ ਰੇਖਾ ਤੋਂ ਇੱਧਰ ਉੱਧਰ ਹੋਊਗਾ, ਡੈਫੀਨੇਟਲੀ ਆਈ ਵਿਲ ਕੱਟ। ਇਫ ਯੂ ਲਵ ਮੀ ਲਵ ਮੀ, ਯੂ ਨੋ ਪ੍ਰੋਬਲਮ। ਤੁਹਾਡੀ ਰੇਖਾ ਤੋਂ ਮੈਂ ਬਾਹਰ ਨਹੀਂ ਜਾਂਦਾ। ਹਾਂਜੀ ਜੀ, ਫਿਰ ਤੁਸੀਂ ਪਹਿਲਾਂ ਕਹਿਤਾ ਨਾ, ਮੈਨੂੰ ਅਵੇਅਰ ਕਰ ਦਿੱਤਾ। ਹਾਂਜੀ, ਕੀ ਕਹਿਣਾ? ਇਸ ਕਰਕੇ 96 ਦੇ ਵਿੱਚ ਜਿਹੜੀਆਂ ਕਿਤਾਬਾਂ ਲਿਖੀਆਂ ਗਈਆਂ, 96 ਤੋਂ 2022 ਹੋ ਗਏ,
ਤੇ ਉਹਨਾਂ ਤੇ ਕਿਸੇ ਦੀ ਨਜ਼ਰ ਹੀ ਨਹੀਂ ਪਈ। ਇਸ ਕਰਕੇ ਮੈਂ ਤਾਂ ਚਾਹਨਾ ਵੀ ਮੇਰਾ ਫੋਨ ਨਾ ਕੱਟਿਓ। ਇੰਨਾ ਕੁਛ ਹੋ ਗਿਆ ਸਾਡੇ ਗੁਰੂਆਂ ਬਾਰੇ, ਇੰਨਾ ਕੁਛ ਇਹਨਾਂ ਨੇ ਲਿਖਤਾ ਤੇ ਭੱਟੀ ਸਾਹਿਬ ਜੋ ਵੀ ਕਹਿਣਾ ਚਾਹੁੰਦੇ ਆ ਮੈਂ ਸੁਣਨਾ ਚਾਹੁੰਦਾ, ਇਸ ਕਰਕੇ ਫੋਨ ਨਾ ਕੱਟਿਓ ਪਲੀਜ਼। ਸੋ ਹੋਲਡ ਰੱਖੋ ਫਿਰ ਤੁਸੀਂ। ਪਹਿਲੀ ਗੱਲ ਤਾਂ ਇਹ ਕਲੀਅਰ ਕਰਦਾ ਕਿ 96 ਤੋਂ ਲੈ ਕੇ ਤੇ ਪਹਿਲੀ ਪ੍ਰਧਾਨ ਨੂੰ ਉਹੋ ਜਿਹੇ ਸਵਾਲ ਕੀਤੇ ਸੀ ਤੇ ਮੇਰੇ ਖਿਆਲ 'ਚ ਜਦੋਂ ਦੋ ਘੁੱਟ ਭਰ ਕੇ ਗਲਾਸ ਪੀ ਲਈ ਹੋਣੇ ਬੀਬੀ ਨੇ, ਜੋ ਮੈਂ ਇੰਟਰਵਿਊ ਕੀਤੀ ਸੀ। ਸ਼ਾਇਦ ਕਾਸ਼ ਕਿਤੇ ਉਦੋਂ ਡਿਜੀਟਲ ਯੁੱਗ ਹੁੰਦਾ ਤੇ ਮੇਰੇ ਕੋਲ ਰਿਕਾਰਡਿੰਗ ਹੁੰਦੀ। ਬੀਬੀ ਕਹਿੰਦੀ ਸੀ ਸਾਰੀਆਂ ਕਿਤਾਬਾਂ ਵਾਪਸ ਮੰਗਾ ਲਈਆਂ ਤੇ ਮੈਂ ਕਿਹਾ ਸਾਰੀਆਂ ਮੰਗਾ ਲਈਆਂ ਗਿਣ ਕੇ। ਸਾਰੀਆਂ ਦਾ ਕੀ ਮਤਲਬ ਹੈ? ਜੇ ਸਾਡੇ ਬਾਬੇ ਨੇ ਖੁਦਕੁਸ਼ੀ ਕੀਤੀ ਆ, ਕੀ ਮਤਲਬ ਕੀ ਹੈ ਇਹਦਾ? ਬਾਬਾ ਜੀ ਸੁਣ ਤਾਂ ਲਓ ਤੁਸੀਂ ਵੀ ਤੁਸੀਂ ਕਿਹਾ ਵੀ ਕਿਸੇ ਦਾ ਖਿਆਲ ਨਹੀਂ ਗਿਆ। ਸਾਡੀਆਂ ਤੇ ਮੌਰਾਂ ਭਰੀਆਂ ਹੋਈਆਂ ਇਸੇ ਕੰਮ ਲਈ ਕਿ ਚਾਵਲਾ ਕਮਾਈ ਇਸੇ ਦੀ ਖਾਂਦਾ। ਜਦੋਂ ਮੈਂ ਕਹਿੰਦਾ ਵੀ ਕੁਝ ਸਾਬਤ ਕਰਦੇ, ਚਵਾਨੀ ਵੀ ਕਿਸੇ ਗੁਰੂ ਘਰ ਤੋਂ ਲਈ ਹੋਵੇ ਤੇ ਇਸ ਕੰਮ ਦੇ ਲਈ ਕਿਸੇ ਕੋ ਫੜਿਆ ਵੀ ਹੋਵੇ ਪੈਸਾ ਵੀ ਇਹ ਤੁਹਾਨੂੰ ਪ੍ਰਮੋਟ ਕਰਨਾ ਨਹੀਂ। ਤੁਸੀਂ ਸੁਣਦੇ ਨਹੀਂ ਨਾ ਫਿਰ ਜੇ ਸਾਰੇ ਨਹੀਂ ਨਾ ਜੀ। ਸਾਡੀ ਤੇ ਨਿਗਾਹ ਪਈ ਹੈ ਜੀ, ਅਸੀਂ ਤੇ ਬੋਲੇ ਆ ਸਮੇਂ ਅਸੀਂ ਆਪਣਾ ਫਰਜ਼ ਨਿਭਾਇਆ। ਤੁਸੀਂ ਪੱਟੀ ਸਾਹਿਬ ਦੀ ਗੱਲ ਸੁਣ ਲਓ। ਹਾਂਜੀ ਪੱਟੀ ਸਾਹਿਬ ਕੀ ਕਹਿਣਾ ਚਾਹੋ? ਸਵੇਰੇ ਵੀ ਗੱਲ ਕੀਤੀ ਸੀ, ਕੱਲ ਵੀ ਕੀਤੀ, ਅੱਜ ਵੀ ਕੀਤੀ। 1997 ਵਿੱਚ ਕਿਤਾਬਾਂ ਛਪੀਆਂ, ਕਿਸੇ ਦੀ ਨਿਗਾਹ ਨਹੀਂ ਗਈ, ਵਾਕਈ ਨਹੀਂ ਗਈ ਜੀ। ਸਭ ਤੋਂ ਪਹਿਲਾਂ ਇਹ ਤੇ ਸਰਦਾਰ ਬਲਦੇਵ ਸਿੰਘ ਸਿਰਸਾ ਨੇ ਜਿਹੜਾ ਸੀ ਆਪਣਾ ਪ੍ਰਤੀਕਰਮ ਦਿੱਤਾ ਤੇ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਨੂੰ ਇੱਕ ਮੰਗ ਪੱਤਰ ਦਿੱਤਾ ਵੀ ਤੁਸੀਂ ਕੀ ਕਰ ਰਹੇ ਹੋ ਉਹਦੇ ਤੇ ਸ਼੍ਰੋਮਣੀ ਕਮੇਟੀ ਕਹਿੰਦੀ ਸੱਤਾ ਸਾਨੂੰ ਬਦਨਾਮ ਕਰਦਾ। ਜਦੋਂ ਸੰਗਤਾਂ ਦੇ ਵਿੱਚੋਂ ਗੱਲ ਆਈ, ਬਕਾਇਦਾ ਤੌਰ ਤੇ ਜੁਡੀਸ਼ੀਅਲ ਕਿਸੇ ਕੇਸ ਵੀ ਚੱਲਿਆ ਜਿਹੜਾ ਉਹ ਰੱਦ ਕਰ ਦਿੱਤਾ ਜੁਡੀਸ਼ੀਅਲ ਕਮਿਸ਼ਨ ਨੇ, ਕਿਉਂਕਿ ਸਾਰੇ ਸਿੱਪਾ ਸਰ ਉੱਥੇ ਬਾਦਲਾਂ ਦੇ ਬੈਠੇ ਨੇ, ਸ਼੍ਰੋਮਣੀ ਕਮੇਟੀ ਦੇ ਬੈਠੇ ਨੇ ਜੀ। ਤੁਸੀਂ ਕੀ ਕਰੋਗੇ? ਤੁਸੀਂ ਵੀ ਜੀ ਬਹੁਤ ਭਾਵੁਕ ਹੋ, ਬਹੁਤ ਚਿੰਤਤ ਹੋ, ਜੋ ਤੁਹਾਡੀ ਆਵਾਜ਼ ਤੋਂ ਮੈਨੂੰ ਲੱਗ ਰਿਹਾ ਹੋਣਾ ਵੀ ਚਾਹੀਦਾ। ਗੁਰੂ ਸਾਹਿਬ ਦੇ ਪ੍ਰਤੀ ਜੇ ਕੋਈ ਕਿੰਤੂ ਪ੍ਰੰਤੂ ਕਰੂਗਾ ਤੇ ਉਹ ਬਰਦਾਸ਼ਤ ਨਹੀਂ ਕੀਤਾ ਸਕਦਾ। ਮੈਨੂੰ ਇਹ ਦੱਸ ਦਿਓ ਕਿ ਅੱਜ ਤੱਕ ਜਿੰਨੀਆਂ ਵੀ ਕੁਰਬਾਨੀਆਂ ਹੋਈਆਂ ਵਾ, ਜਿੰਨੇ ਵੀ ਵੱਡੇ ਕੰਮ ਕੀਤੇ ਆ ਜਿਹੜੇ ਸਾਡੇ ਪੋਲੀਟੀਕਲ ਲੀਡਰ, ਕੋਈ ਆਪਣਾ ਪਰਿਵਾਰ ਨੂੰ ਦੱਸ ਮੇਰੇ ਪਰਿਵਾਰ ਨੇ ਕੀਤੇ? ਕੋਈ ਇੱਕ ਪਰਿਵਾਰ ਦੱਸ ਦਿਓ। ਇਹ ਸਿਰਫ ਰਾਜ ਕਰਨ ਵਾਸਤੇ ਆ। ਬਕਾਇਦਾ ਤੌਰ ਤੇ ਦਲਬੀਰ ਸਿੰਘ ਪੱਤਰਕਾਰ ਨੇ ਠੀਕ ਕਿਹਾ ਸੀ ਕਿ ਨਾ ਅਸੀਂ ਖਾਲਿਸਤਾਨ ਦੇ ਹਾਮੀ ਆ, ਨਾ ਹਿੰਦੁਸਤਾਨ ਦੇ ਹਾਮੀ, ਨਾ ਪਾਕਿਸਤਾਨ ਦੇ ਹਾਮੀ, ਅਸੀਂ ਬਾਬੇ ਨਾਨਕ ਤੇ ਬੇਗਮਪੁਰੇ ਰਾਜ ਦੇ ਹਾਮੀ, ਜਿੱਥੇ ਹਰ ਨੂੰ ਰੋਟੀ ਕੱਪੜਾ ਮਕਾਨ ਤੇ ਇਨਸਾਫ ਮਿਲੇ ਤੇ ਰੁਜ਼ਗਾਰ ਮਿਲੇ। ਇਹ ਲੋਕ ਉਹਨੇ ਇਹ ਵੀ ਗੱਲ ਕਹੀ, ਕਹਿੰਦਾ ਵੀ ਜੇ ਤੁਸੀਂ ਇਹਨੂੰ ਫਰਜ਼ ਕੀਤਾ, ਮੰਨ ਲਓ ਪਿਆ ਆਸ ਕੋਈ ਹੈ ਨਹੀਂ, ਕੱਲ ਨੂੰ ਖਾਲਿਸਤਾਨ ਬਣ ਜਾਂਦਾ ਵਾ, ਇਹਨਾਂ ਲੋਕਾਂ ਨੇ ਫਿਰ ਅੱਗੇ ਹੋਣਾ। ਉਹ ਜਿੰਨੀਆਂ ਕੁਰਬਾਨੀਆਂ ਅਸੀਂ ਕੀਤੀਆਂ ਨਹੀਂ ਕਿਸੇ ਨੇ ਤੁਹਾਨੂੰ ਦੇਖਣ ਵਾਸਤੇ ਕਈ ਕੁਛ ਕੱਢ ਲਾਉਣਾ। ਇਸ ਕਰਕੇ ਇਹ ਗੱਲ ਗਈ ਆ, ਅਦਾਲਤ ਚ ਗਈ ਆ, ਪੂਰਾ ਜੁਡੀਸ਼ੀਅਲ ਕਮਿਸ਼ਨ ਚ ਗਈ ਆ, ਬੜਾ ਕੁਛ ਹੋਇਆ, ਲੇਕਿਨ ਉਹਨਾਂ ਤੇ ਅਸਰ ਹੀ ਕੋਈ ਨਹੀਂ। ਉਲਟਾ ਕਹਿ ਦਿੱਤਾ ਜੀ ਵੇਖੋ ਤੇ ਕਨਿੰਗਮ ਨੇ ਅੰਗਰੇਜ਼ੀ ਚ ਇੱਕ ਅਖਬਾਰ ਹਿਸਟਰੀ ਆਫ ਦੀ ਸੈਕਸ਼ਨ ਉਹਦੇ ਤੇ ਉਹਦਾ ਪੁਸਤਾ ਕੀਤਾ ਸੀ। ਉਲਟੇ ਫਸ ਗਏ ਤੁਸੀਂ। ਤੁਹਾਡੇ ਕਾਹਦੇ ਵਿਦਵਾਨ ਨਿਭਾਏ ਸੀ ਉੱਥੇ ਫਿਰ ਐਸਜੀਪੀਸੀ ਨੇ? ਕਾਹਦੇ ਪਸੰਦ ਨੇ ਤੁਸੀਂ ਉਹਨਾਂ ਨੂੰ? ਜੇ ਉਹ ਪੜ੍ਹਦੇ ਨਹੀਂ ਕਿਉਂ ਨਹੀਂ ਕੰਡੈਮ ਕੀਤਾ ਉਹਨਾਂ ਨੂੰ? ਉਹਦੇ ਬਾਰੇ ਕੋਈ ਨਹੀਂ ਕਿਹਾ ਵੀ ਗਲਤ ਲਿਖਿਆ ਦੇ ਵਿੱਚ। ਅੱਜ ਤੁਸੀਂ ਕਹਿ ਰਹੇ ਹੋ ਉਹਦਾ ਉਲਟਾ ਕੀਤਾ ਜੀ, ਅਸੀਂ ਉਹਦੀ ਟ੍ਰਾਂਸਲੇਟ ਕੀਤੀ। ਕਨਿੰਗਮ ਨੇ ਜੇ ਲਿਖਿਆ ਵਾ ਤੇ ਤੁਸੀਂ ਹੁਣ ਉਹਦੇ ਤੇ ਦੋਹਰ ਪਾ ਕੇ ਕਿਤਾਬਾਂ ਛਪਵਾ ਕੇ ਤੇ ਤੁਸੀਂ ਕਹਿੰਦੇ ਜੀ ਇਹ ਵਾਪਸ ਲੈ ਲਈਆਂ, ਅਸੀਂ ਮਤੇ ਪਾ ਦਿੱਤੇ। ਪਰ ਜਿੰਨਾ ਕੋ ਹੈਗਾ ਆਪਾਂ ਹਰ ਵਾਰੀ, ਮੈਂ ਤੇ ਮਤਲਬ ਮੇਰੇ ਮੂੰਹ ਚੋਂ ਲਫ਼ਜ਼ ਨਿਕਲ ਚੱਲਿਆ ਵੀ ਮੈਂ ਥੱਕ ਗਿਆ ਭੌਂਕ ਕੇ। ਫਿਰ ਗੱਲ ਇਹ ਨਾ ਵਜਨ ਨਹੀਂ, ਗੱਲ ਇਹ ਆ ਕਿ ਸੁਣ ਕੇ ਇਧਰੋਂ ਉਧਰੋਂ ਜਿਹਨਾਂ ਦਾ ਤਾਂ ਕੰਮ ਆ ਰੇਡੀਓ ਵਾਲਿਆਂ ਦਾ ਬੋਲਣਾ ਜੀ ਤੇ ਰੋਟੀ ਦਾ, ਯਾਰ ਕਿਸੇ ਵੇਲੇ ਦਿਲ ਹੀ ਨਹੀਂ ਕਰਦਾ ਬੋਲਣ ਨੂੰ। ਪੱਟੀ ਸਾਹਿਬ ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਆ ਜਿਹੜੀਆਂ ਮੂਰਤਾਂ ਬੈਠੀਆਂ ਨੇ ਚਾਰ, ਜਿਹੜੀਆਂ ਕਿਤਾਬ ਜੀ ਕਨਿੰਗ ਨੇ, ਤੁਸੀਂ ਵਾਕਿਆ ਵਧੀਆ ਗੱਲ ਕਿ ਤੁਸੀਂ ਕਾਹਦੇ ਲਈ ਬੈਠੇ ਹੋ? ਤੁਸੀਂ ਅੰਨੇ ਹੋ? ਤੁਸੀਂ ਖੋਪੇ ਲਾਏ ਨੇ ਤੁਸੀਂ ਕਿ ਤੁਸੀਂ ਗਾ ਉਹਦਾ ਹਵਾਲਾ ਦੇ ਕੇ ਤੇ ਬਰੀ ਹੋਣਾ ਚਾਹੁੰਦੇ ਹੋ? ਹਾਊ ਕਮ? ਚਲੋ ਫਿਰ ਪੜ੍ਹਾਈਆਂ ਕੋਈ ਜਿਹੜੀਆਂ ਪੜ੍ਹਾਈਆਂ ਜਾ ਰਹੀਆਂ ਉਹਨਾਂ ਬਾਰੇ ਬੋਲੋ। ਇੱਕ ਤੇ ਕਿਤਾਬ ਛੱਡੋ, ਤੁਸੀਂ ਬਾਕੀ ਪੜ੍ਹਾਈਆਂ ਜਾ ਰਹੀ, ਤੁਸੀਂ ਉਹਨਾਂ ਬਾਰੇ ਕਿਉਂ ਨਹੀਂ ਉਹਨਾਂ ਨਾਲ ਖੜਦੇ? ਜਿਹੜੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਫਿਰ ਉਹਨਾਂ ਬਾਰੇ ਖੜ ਜਾਓ। ਬਿਲਕੁਲ ਕਿਉਂ ਨਹੀਂ ਖੜਦੇ ਤੁਸੀਂ? ਚਲੋ ਛੱਡੋ ਇਹਨੂੰ, ਸਾਈਡ ਤੇ ਕਨਿੰਗਮ ਵਾਲੀ ਨਾਲ ਲੇਖਾ ਜੋਖਾ ਕਰ ਲਓ। ਬਾਅਦ ਦੇ ਵਿੱਚ ਕੀ ਲਿਖਿਆ ਉਹਨੇ ਉਹ ਵੀ ਵੇਖ ਲੈਣੇ ਵੀ ਉਹਨੇ ਹਵਾਲੇ ਕਿਹਦੇ ਦਿੱਤੇ ਗਾ।
ਜੇ ਮਸਲੇ ਦੀ ਜੜ ਤੱਕ ਨਹੀਂ ਜਾਣਾ ਆ ਵੀ ਉਹਨੇ ਇੰਨਾ ਨੰਗਾ ਸੱਚ ਲਿਖ ਦਿੱਤਾ ਜਿਹੜਾ ਤੁਸੀਂ ਲੱਥਾ ਕਰ ਦਿੱਤਾ। ਜੀ 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 ਯਾਰ ਇਹ ਸਾਰੇ ਇੱਕੋ ਜਿਹੇ ਆ, ਸਾਰੇ ਇੱਕੋ ਜਿਹੇ ਆ। ਮਾਫ ਕਰਨਾ, ਉਸ ਦਿੱਲੀ ਵਾਲੇ ਸਰਨਿਆਂ ਨੇ ਉਹ ਭਾਨੂ ਪ੍ਰਤਾਪ ਲਿਆ ਕੇ ਤੇ 1 ਕਰੋੜ ਰੁਪਈਆ ਤੇ ਏਸੀ ਲਾ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਲ ਭਾਸ਼ਾ ਦੇ ਵਿੱਚ ਅੰਗ ਜਦੋਂ ਬਲੇਡ ਦੇ ਨਾਲ ਗੱਲ ਆਈ ਸੀ ਤੇ ਉਦੋਂ ਮੈਂ ਉਹਨਾਂ ਨਾਲ ਇੰਟਰਵਿਊ ਕੀਤੀ ਸੀ ਤੇ ਗੱਲ ਬੋੜਦੀ ਨਹੀਂ, ਆਉਂਦੀ ਨਹੀਂ। ਕਿਹਨਾਂ ਪੰਗੇ ਲਈਏ ਯਾਰ ਅਸੀਂ? ਨਾ ਸਾਡੀ ਡਿਊਟੀ ਪੰਗੇ ਲੈਣ ਦੀ, ਜਿਹੜਾ ਮਰਜ਼ੀ ਹੋਵੇ ਜੀ, ਜਿਹੜਾ ਕਹੂ ਗਲਤ ਕਰੂ ਨਹੀਂ। ਕਿਹਦੇ ਦੱਸੀਏ? ਫਿਰ ਕਹਿੰਦੇ ਜੀ ਬੋਲਦਾ, ਜਿਹੜੇ ਬੋਲਦੇ ਰਹੇ ਆ ਉਹ ਬੋਲਦੇ ਆ ਭਾਜੀ, ਅਸੀਂ ਤੇ ਬੋਲਦੇ ਸਮੇਂ ਦਾ ਸਮੇਂ ਬੋਲਦੇ ਆ। ਚਲੋ ਔਰਤਾਂ ਜਨਨੀ ਜਿਹੜੀ ਹੁੰਦੀ ਆ ਉਹਦੀ ਜਿਹੜੀ ਪੇਟ ਦੇ ਵਿੱਚ ਬੱਚਾ ਪਲਦਾ, ਜੋ ਉਹਨੂੰ ਦੇ ਦੋ ਉਹਨੇ ਉਸ ਤਰ੍ਹਾਂ ਦਾ ਆਉਣਾ। ਹੁਣ ਮੈਂ ਇੱਥੇ ਅਭਿਮਨਿਊ ਦਾ ਜ਼ਿਕਰ ਕਰ ਦਵਾਂ ਤੇ ਕੋਈ ਦੋ ਰਾਵਾਂ ਨਹੀਂ। ਕਹਿੰਦੇ ਜਦੋਂ ਉਹ ਆਪਣੀ ਮਾਂ ਦੇ ਪੇਟ ਦੇ ਵਿੱਚ ਸੀ ਤਾਂ ਉਹਨੂੰ ਜਿਹੜਾ ਨਾ ਉਹ ਚੱਕਰਵਿਊਹ ਉਹਦੇ ਬਾਰੇ ਦੱਸਿਆ ਜਾ ਰਿਹਾ ਸੀ ਵੀ ਚੱਕਰਵਿਊਹ ਦੇ ਵਿੱਚ ਕਿਵੇਂ ਬਣਦਾ। ਚੱਕਰਵਿਊਹ ਜਿਹਦੇ ਹੁਣ ਵੇਖੋ ਨਾ, ਰੂਸ ਨੇ ਆ ਕੇ ਤੇ ਯੂਕਰੇਨ ਨੂੰ 4 'ਚ ਫੇਰ ਉਹ ਕੀਵ ਨੂੰ ਘੇਰਿਆ, ਲਿਆ ਕੇ ਟੈਂਕਰ ਖੜੇ ਕਰਤੇ ਨੇ, ਹੁਣ ਉਹ ਅੰਦਰ ਨੇ। ਇਹ ਵੀ ਇੱਕ ਚੱਕਰਵਿਊਹ ਬਣਾਇਆ ਉਹਨਾਂ ਵਾਸਤੇ, ਹਨਾ, ਲੰਘਣ ਵਾਸਤੇ ਮਜ਼ਬੂਤ ਕੀਤਾ ਜਾ ਰਿਹਾ ਘੇਰਾਬੰਦੀ। ਉਹ ਕਹਿੰਦੇ ਨੇ ਕਿ ਬੜੀ ਤਗੜੀ ਕਹਾਣੀ ਹੈ ਮਤਲਬ ਚੱਕਰਵਿਊਹ ਦੀ। ਤੇ ਜਦੋਂ ਨਿਕਲਣ ਵਾਲੀ ਗੱਲ ਹੋਣੀ ਸੀ ਤੇ ਉਦੋਂ ਉਹ ਖੜਾਕਾ ਹੋਇਆ, ਕੋਈ ਕਬੂਤਰ ਸੀਗਾ ਕੋਈ ਆਈ ਥਿੰਕ ਉੱਡਿਆ ਤੇ ਉਹਨੂੰ ਪਤਾ ਨਹੀਂ ਲੱਗਾ ਫਿਰ ਨਿਕਲਣਾ ਕਿਵੇਂ। ਜਾਣ ਦਾ ਤਾਂ ਪਤਾ ਸੀ ਪਰ ਤੋੜਨ ਦਾ ਪਤਾ ਨਹੀਂ ਸੀ, ਹਨਾ। ਔਰਤ ਦੇ ਪੇਟ ਦੇ ਵਿੱਚ ਜਿਹੜੇ US ਲੋਕ ਨੇ, ਜਦੋਂ ਉਹਨਾਂ ਦੇ ਬੱਚੇ ਪੈਦਾ ਹੋਣ ਵਾਲੇ ਹੁੰਦੇ ਨੇ ਤੇ ਉਹ 9 ਮਹੀਨੇ ਜਾਂ 10 ਮਹੀਨੇ ਦਾ ਜਿਹੜਾ ਉਹਨਾਂ ਦਾ ਪੀਰੀਅਡ ਹੈ ਨਾ, 9 ਮਹੀਨੇ ਦਾ, ਕੀ ਖਾਣਾ, ਕੀ ਪਹਿਨਣਾ, ਕਿੰਨੇ ਵਜੇ ਸੌਣਾ ਤੇ ਕੀ ਪੜ੍ਹਨਾ ਤੇ ਕੀ ਕਰਨਾ, ਉਹਨਾਂ ਦੇ ਬਕਾਇਦਾ ਸਕੈਜੂਲ ਦੇ ਵਿੱਚ ਹੈ। ਤੇ ਅੱਜ ਦੁਨੀਆ ਤੇ ਰਾਜ ਕਰ ਰਹੇ ਨੇ ਉਹ। ਬਿਲਕੁਲ ਕਰ ਰਹੇ ਜੀ, ਬਿਲਕੁਲ ਕਰ ਰਹੇ। ਔਰਤਾਂ ਕਿੱਥੇ ਉਹ ਕੌਮ ਇੰਨੀ ਕੁ ਰਹਿ ਗਈ ਤੇ ਕਿੱਥੇ ਅੱਜ ਉਹ ਰਾਜ ਕਰ ਰਹੇ ਨੇ। ਜੀ 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 ਔਰਤਾਂ ਵਿੱਚ ਵੱਧਦੇ ਨਸ਼ੇ ਦੀ ਆਦਤ ਚਿੰਤਾ ਦਾ ਵਿਸ਼ਾ ਹੈ। ਪਹਿਲਾਂ ਕਾਲਾਂ ਲੈ ਲਈਏ ਆਪਾਂ ਇੱਕ ਦੋ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਜਸਵੀਰ ਸਰ। ਮੇਰਾ ਸਰ ਸਵਾਲ ਸੀਗਾ ਕਿ ਆਪਣਾ ਸੁਮੇਧ ਸੈਣੀ ਹੋਣਾ ਬਾਰੇ ਕੋਈ ਇਨਫੋਰਮੇਸ਼ਨ ਆਈ ਹੋਵੇ, ਕਿਉਂਕਿ ਦਸੰਬਰ ਦੀ ਲਾਸਟ ਇਨਫੋਰਮੇਸ਼ਨ ਉਹਨਾਂ ਦੇ ਬਾਰੇ ਅਪਡੇਟ ਹੋਈ, ਉਸ ਤੋਂ ਬਾਅਦ ਉੱਤੇ ਕੋਈ ਵੀ ਗੱਲਬਾਤ ਨਹੀਂ ਹੋਈ ਕਿਸੇ ਚੈਨਲ ਵੱਲੋਂ ਜਾਂ ਕਦੀ ਕੋਈ ਪ੍ਰਤੀਕਰਮ ਨਹੀਂ ਆਇਆ। ਸੋ ਉਹਨਾਂ ਬਾਰੇ, ਉਹਨਾਂ ਦੇ ਕੇਸ ਬਾਰੇ ਕੋਈ ਅਪਡੇਟ ਆਈ ਹੋਵੇ ਜੀ। ਜਿਹੜੀ ਗੱਲ ਤੁਸੀਂ ਵੀਰ ਜੀ ਕਹੀ, ਤੁਹਾਡੀ ਗੱਲ ਠੀਕ ਆ ਜੀ। 22 ਅਪ੍ਰੈਲ ਤੱਕ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਨੇ ਉਹਦੀ ਗ੍ਰਿਫਤਾਰੀ ਤੇ ਉਹਦੇ ਤੇ ਕਿਸੇ ਪ੍ਰਕਾਰ ਦਾ ਕੇਸ ਚਲਾਉਣ ਤੇ ਰੋਕ ਲਾਈ ਹੈ ਨਵੀਂ ਸਰਕਾਰ ਆਉਣ ਤੱਕ। ਰਾਈਟ, 22 ਅਪ੍ਰੈਲ ਤੋਂ ਬਾਅਦ ਵੇਖੋ ਸੁਪਰੀਮ ਕੋਰਟ ਉੱਤੇ ਕੀ ਐਕਸ਼ਨ ਲੈਂਦੀ ਹੈ, ਉਹਨੂੰ ਕੋਈ ਅਗਾਊ ਜ਼ਮਾਨਤ ਦਿੰਦੀ ਹੈ ਜਾਂ ਉੱਤੇ ਕੇਸ ਚੱਲਣ ਦਿੰਦੀ ਹੈ। ਇਸੇ ਕਰਕੇ ਸਾਡੇ ਬਰਗਾੜੀ ਕਾਂਡ ਤੇ ਜਿਹੜਾ ਬਹਿਬਲ ਕੋਟਕਪੂਰਾ ਕਾਂਡ, ਉਹ ਇਸੇ ਕਰਕੇ ਅੜਕੇ ਨੇ। ਉਹਨਾਂ ਦੀਆਂ ਤਰੀਕੇ ਇਸੇ ਕਰਕੇ ਪੈ ਰਹੀਆਂ ਨੇ ਕਿਉਂਕਿ ਇਹਨੂੰ ਕਿਹਾ ਵੀ ਤੂੰ ਕਿਸੇ ਅਦਾਲਤ ਜਾ ਕੇ ਪੇਸ਼ ਨਹੀਂ ਹੋਣਾ। ਹੁਣ 22 ਅਪ੍ਰੈਲ ਤੋਂ ਬਾਅਦ ਇਹਦੇ ਬਾਰੇ ਕੋਈ ਗੱਲ ਹੋਊਗੀ, ਇਸ ਕਰਕੇ ਸਾਰੇ ਚੁੱਪ ਨੇ ਵੀ ਹੁਣ ਉਹਦੇ ਬਾਰੇ ਚਰਚਾ ਕਰੀ ਤੇ ਕੀ ਕਰੀਏ। ਜਦੋਂ ਅਦਾਲਤ ਨੇ ਕਹਿ ਦਿੱਤਾ, ਕਿਉਂ ਅਸੀਂ ਕਹਿੰਦੇ ਸੁਪਰੀਮ ਕੋਰਟ ਸੁਪਰੀਮ ਆ, ਆਪਾਂ ਤੇ ਕੀ ਕਿੰਤੂ ਕਰਾਂਗੇ। ਉਹਨੇ ਕਿਸ ਬਿਹਾਫ ਤੇ ਉਹਨੂੰ ਜਿਹੜੀ ਆ ਇਹ ਛੋੜ ਦਿੱਤੀ ਹੈ ਤੇ ਸੁਪਰੀਮ ਕੋਰਟ ਜਾਣਦੀ ਹੈ। ਲੇਕਿਨ ਚਿੰਤਤ ਲੋਕ ਜ਼ਰੂਰ ਤੁਹਾਡੇ ਅੱਗੇ ਵੀ ਬਹੁਤ ਚਿੰਤਤ ਇਹਦੇ ਬਾਰੇ ਸੀ ਕਿ ਉਹਦੇ ਖਿਲਾਫ ਕਾਰਵਾਈ ਜਿਹੜੀ ਹੁਣ ਤੱਕ ਕੀ ਹੋਈ, ਉਹ ਬਰੀ ਹੋਇਆ ਜਾਂ ਉਹਨੂੰ ਸਜ਼ਾ ਹੋਈ, ਇਹਦੇ ਬਾਰੇ ਚਿੰਤਤ ਨੇ। ਚੰਗੀ ਗੱਲ ਵੀਰ ਜੀ, ਤੁਸੀਂ ਸਾਨੂੰ ਵੀ ਚੇਤੇ ਕਰਾਤਾ ਜੀ, ਮਿਹਰਬਾਨੀ ਜੀ। ਚਲੋ ਅਗਲੀ ਕਾਲ ਪਲੀਜ਼। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਚਾਵਲਾ ਸਾਹਿਬ, ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਮੇਰਾ ਸਵਾਲ ਤੇ ਕਿਹੜੇ ਝਾਰਖੰਡ ਦੇ ਵਿੱਚ ਨਾ ਅੱਜ ਧਰਮ ਪਰਿਵਰਤਨ ਦੀ ਕੋਈ ਖਬਰ ਚੱਲਦੀ ਸੀ, ਉਹ ਮੇਰਾ ਕਹਾ ਤੁਹਾਨੂੰ ਡਿਟੇਲ ਚ ਹੋਏਗਾ, ਉਹ ਦੱਸ ਦਿਓ। ਬਾਕੀ ਮੈਂ ਹਿਸਟਰੀ ਦਾ ਸਟੂਡੈਂਟ ਤਾਂ ਹੈ ਨਹੀਂਗਾ, ਜਿਹੜਾ ਹੁਣ ਗੱਲ ਕਰਦੇ ਨਾ ਵੀ ਇਤਿਹਾਸ ਬਦਲਦਾ, ਕਿਤਾਬਾਂ ਬਦਲਦੀਆਂ, ਸਭ ਕੁਛ ਬਦਲਦਾ। ਉਦੋਂ ਨਾ ਅਸੀਂ ਛੋਟੇ ਹੁੰਦੇ, ਜਿਹੜੇ ਸਾਡੇ ਨਾਲ ਹਿਸਟਰੀ ਪੰਜਾਬ ਦੇ ਸਟੂਡੈਂਟ ਹੁੰਦੇ, ਸਾਡੇ ਦੋਸਤ, ਉਹ ਲੈਂਦੇ ਹੁੰਦੇ ਸੀ ਕਦੇ ਕਨਿੰਗਨ ਦਾ ਗੱਲ, ਕਦੀ ਕਿਸੇ ਦੀ ਗੱਲ ਸਿੱਖ ਹਿਸਟਰੀ ਤੇ ਪੰਜਾਬ ਹਿਸਟਰੀ ਦੇ ਵਿੱਚ। ਤੇ ਮੈਂ ਬੜਾ ਹੈਰਾਨ ਹੁੰਦਾ ਰਿਹਾ ਛੋਟਾ ਹੁੰਦਾ ਵੀ ਇਹ ਜਿਹੜੇ ਬੰਦੇ ਨੇ ਹੈ ਅੰਗਰੇਜ਼ ਨੇ, ਬੜੇ ਇੰਟੈਲੀਜੈਂਟ ਨੇ। ਕੋਈ ਤੇ ਇਹ ਮੰਨਦੇ ਸੀ ਵੀ ਛੋਟਾ ਜਿਹਾ ਰਾਜ ਹੈ, ਸਾਰੇ ਮੁਲਕ ਤੇ ਰਾਜ ਕਰੀ ਫਿਰਦੇ ਨੇ, ਵੀ ਇਹਨਾਂ ਦਿਮਾਗ ਬੜਾ ਤੇਜ਼ ਹੈ, ਵੀ ਸਿੱਖ ਧਰਮ ਬਾਰੇ ਵੀ ਇਹਨਾਂ ਜਾਣਦੇ ਨੇ, ਜਿਹੜਾ ਹਿਸਟਰੀ ਦੇ ਵਿੱਚ ਨਾ ਚੱਲਦਾ ਪਿਆ ਇਹਨਾਂ ਦਾ, ਇਹ ਉਹਨਾਂ ਨੂੰ ਚੱਲਦਾ ਪਿਆ। ਫਿਰ ਬਾਅਦ ਚ ਪਤਾ ਲੱਗਾ ਜਦੋਂ ਮਸ਼ਹੂਰ ਹੋਏ ਥੋੜੇ ਜਿਹੇ,
ਵੀ ਇਹ ਸਿੱਖਾਂ ਬਾਰੇ ਲਿਖਣਾ, ਗਲਤ ਫਲਤ ਲਿਖਣਾ, ਇਹ ਅੰਗਰੇਜ਼ ਗਵਰਨਮੈਂਟ ਨੇ ਜਦੋਂ ਪੰਜਾਬ ਤੇ ਕਬਜ਼ਾ ਕੀਤਾ ਬੜੀ ਮੁਸ਼ਕਲ ਦੇ ਨਾਲ, ਇਹਨਾਂ ਨੇ ਫਿਰ ਪਹਿਲਾ ਕੰਮ ਹੀ ਇਹੋ ਕੀਤਾ ਵੀ ਇਹਨਾਂ ਦਾ ਇਤਿਹਾਸ ਜਿਹੜਾ ਭੰਨ ਤੋੜ ਕੇ ਇੰਨਾ ਇਹੋ ਜਿਹਾ ਕਰੋ ਕਿ 3-4 ਪੀੜ੍ਹੀਆਂ ਤੋਂ ਬਾਅਦ ਇਹਨਾਂ ਨੂੰ ਆਪਣਾ ਅਸਲੀ ਚੀਜ਼ ਭੁੱਲ ਨਹੀਂ ਜਾਵੇ। ਜੀ ਤੇ ਮਿਹਰਬਾਨੀ। ਅੱਛਾ, ਉਹਨਾਂ ਦੇ ਨਾਲ ਕੁਝ ਖਰੀਦੇ ਹੋਏ ਜਿਹੜੇ ਇੰਟੈਲੀਜੈਂਟ ਬੰਦੇ ਸਿੱਖ ਇਤਿਹਾਸ ਬਾਰੇ ਜਾਣੂ ਸੀ, ਉਹ ਵੀ ਨਾਲ ਲਾਏ, ਉਹ ਵਿਕੇ ਸੀ। ਉਹਨਾਂ ਨੂੰ ਜਿਸ ਤਰ੍ਹਾਂ ਕਹਿਣਾ ਇੱਥੇ ਤੁਹਾਡੇ ਇਸ ਤਰ੍ਹਾਂ ਕਰ ਦਿਓ, ਇਸ ਤਰ੍ਹਾਂ ਕਰ ਦਿਓ। ਉਹ ਫਿਰ ਹੌਲੀ ਹੌਲੀ ਇਸ ਤਰ੍ਹਾਂ ਹੋ ਗਿਆ ਕਿ ਉਹਨਾਂ ਨੇ 40-50 ਸਾਲ ਤੋਂ ਬਾਅਦ ਮਤਲਬ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਵੀ ਥੋੜਾ ਬਹੁਤਾ ਇਹਦਾ ਹੋਣ ਲੱਗ ਗਿਆ। ਜਦੋਂ ਨਾ ਉਹਨਾਂ ਦਾ ਚੱਲਣ ਲੱਗ ਗਿਆ, ਫਿਰ ਜਦੋਂ ਸਾਡੇ ਨਵੇਂ ਹਿਸਟੋਰੀਅਨ ਪੈਦਾ ਹੋਏ ਉਹਨਾਂ ਨੇ ਫਿਰ ਇਹ ਕੰਮ ਸ਼ੁਰੂ ਕਰ ਲਿਆ। ਅੱਛਾ, ਸਾਡੇ ਨਾਂ ਤੇ ਸਾਡੀ ਸਰਮਾਉ ਸੰਸਥਾ ਵੀ SGPC ਸਿਰਫ ਇਹਨੇ ਨਾਂ ਤੇ ਸਿੱਖਾਂ ਨੂੰ ਮਤਲਬ ਜਿਹੜਾ ਜੁਡੀਸ਼ੀਅਲ ਕਮਿਸ਼ਨ ਬਣਿਆ ਆਪਣੇ SGPC ਦੇ ਵਿੱਚ ਦਾ, ਤੇ ਉਹਦੇ ਵਾਸਤੇ ਚੰਗੇ ਬੰਦੇ ਅਪਾਇੰਟ ਕੀਤੇ, ਨਾ ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਕੋਈ ਚੰਗੀ ਆਪਣੇ ਬੋਰਡ ਪੈਦਾ ਕੀਤਾ ਜਿਹੜਾ ਕਿ ਸਿੱਖ ਇਤਿਹਾਸ ਦੇ ਮੁਤਾਲਿਆ ਕਰਦਾ ਰਹੇ ਤੇ ਉਹਨੂੰ ਵਾਰ-ਵਾਰ ਕਰਦਾ ਰਹੇ। ਇਸ ਕਰਕੇ ਸਾਨੂੰ ਹੁਣ ਪਿਛਲਾ ਹੋਣਾ ਹੀ ਪੈਣਾ, ਕਿਉਂਕਿ ਇਹਦੇ ਜੜ੍ਹਾਂ ਸਾਡੀਆਂ ਸਿੱਖ ਇਤਿਹਾਸ ਨੂੰ ਬਦਲ 100 ਸਾਲ ਤੋਂ ਉੱਤੇ 100 ਸਾਲ ਤੇ ਉੱਡ ਗਈ, ਤਕਰੀਬਨ 150 ਸਾਲ ਹੋ ਗਏ ਜਦੋਂ ਦਾ ਲੈ ਕੇ ਸ਼ੁਰੂ ਹੋ ਗਿਆ। ਮਿਹਰਬਾਨੀ ਜਨਾਬ। ਹਾਂਜੀ ਪਟਿਆਲਾ ਸਾਹਿਬ, ਪਹਿਲਾ ਸਵਾਲ ਜਿਹੜਾ ਸੀ ਉਹਦਾ ਜਵਾਬ ਦੇ ਦਿਓ। ਜਿਹੜੀ ਗੱਲ ਤੁਸੀਂ ਕਹੀ ਉਹ ਧਰਮ ਪਰਿਵਰਤਨ ਜੀ, ਉਹ ਗੱਲ ਲੰਮੀ ਹੋ ਜਾਣੀ, ਬਾਕੀ ਸਾਡੇ ਸਵਾਲ ਰਹਿ ਜਾਣੇ ਆ। ਜੇ ਉਹ ਤੁਹਾਨੂੰ ਕੱਲ ਜਵਾਬ ਦੇ ਦਈਏ ਤਾਂ ਲੰਮੀ ਕਹਾਣੀ ਥੋੜੀ ਜਿਹੀ। ਹਾਂ ਚਲੋ, ਪਹਿਲਾਂ ਧਰਮ ਪਰਿਵਰਤਨ ਬਾਰੇ ਗੱਲ ਕਰ ਹੀ ਚੁੱਕੇ ਜੇ ਧਰਮ ਪਰਿਵਰਤਨ ਅਸੀਂ ਆਪਣੇ ਵਿੱਚ ਹਉਮੈ ਜਾਤ ਪਾਤ ਦਾ ਹੀ ਲਈ ਫਿਰਨਾ, ਤੇ ਜੇ ਕੋਈ ਧਰਮ ਪਰਿਵਰਤਨ ਕਰਦਾ ਕਰੀ ਜਾਂਦੇ ਹੋ। ਮੈਂ ਕਹਿੰਦਾ ਜੇ ਅਸੀਂ ਠੋਕਰਾਂ ਹੀ ਮਾਰਨੀਆਂ, ਜੇ ਉਹਨਾਂ ਨੂੰ ਮੰਦਰਾਂ 'ਚ ਨਹੀਂ ਵੜਨ ਦੇਣਾ, ਉਹਨਾਂ ਨੂੰ ਪੱਤਰਾਂ ਤੇ ਪਾ ਕੇ ਦੇਣਾ, ਤਲਵੇ ਚਟਵਾਉਣੇ ਉਹਨਾਂ ਦੇ ਕੋਲੋਂ, ਗਾਲਾਂ ਕੱਢ ਕੇ ਉਹਨਾਂ ਦੀ ਜਾਤ ਪਾਤ ਨੂੰ ਅਸੀਂ ਬੋਲਣਾ, ਤੇ ਫਿਰ ਅਸੀਂ ਕੌਣਾ ਵੀ ਗੁਰੂ ਨਾਨਕ ਦੇ ਸਿੱਖ ਆ, ਤੇ ਗੁਰੂ ਗੋਬਿੰਦ ਸਿੰਘ ਖੱਡੇ ਬਾਟੇ ਦੀ ਪੌਲ ਦਾ ਵੀ ਜ਼ਿਕਰ ਕਰਨਾ। ਤੇ ਫਿਰ ਜੇ ਉਹ ਜਾਂਦੇ ਨੇ ਜਾਣਦੇ ਹੋ, ਜੇ ਤੁਸੀਂ ਉਹਨਾਂ ਨੂੰ ਸਤਿਕਾਰ ਹੀ ਨਹੀਂ ਦੇਣਾ, ਤੇ ਫਿਰ ਸਾਨੂੰ ਦਰਦ ਵੀ ਕਾਹਦਾ? ਜਿਹੜਾ ਲਾਉਂਦਾ ਗਾਲਾਂ ਲਾਈ ਜਾਵੇ। ਹੋਰ ਆ ਉਹਦੇ ਚ ਗੱਲ ਕੁਝ ਹੋਰ ਆ। ਨਹੀਂ ਮਤਲਬ ਮੇਰਾ ਨਿਚੋੜ ਇਹ ਆ, ਮੇਰਾ ਨਿਚੋੜ ਤੇ ਪੱਟੀ ਸਾਹਿਬ ਇਹ ਆ ਵੀ ਜੇ ਕੋਈ, ਜਦੋਂ ਤੁਸੀਂ ਪੰਜਾਬ ਦੇ ਵਿੱਚ ਆਮ ਤੌਰ ਤੇ ਹੁਣ ਤਾਂ ਚਲੋ ਅਗਲੇ ਹੁਣ ਤਾਂ ਨੱਕੇ ਥਾਣੇ ਸਿੱਧਾ ਕਰ ਦਿੰਦੇ ਆ, ਕਿਸੇ ਨੂੰ ਜਾਤੀ ਸੂਚਕ ਗਾਲ ਕੱਢ ਕੇ ਵੇਖੋ, ਕੱਢਦੇ ਰਹੇ ਕਿ ਨਹੀਂ ਕੱਢਦੇ ਰਹੇ ਗਾਲਾਂ? ਜੀ ਸ਼ਰੇਆਮ ਗਾਲਾਂ ਕੱਢਦੇ ਰਹੇ। ਹੁਣ ਤੇ ਜਾਗਰਤੀ ਆਈ ਆ, ਤੇ ਜੇ ਕਿਸੇ ਨੂੰ ਤੇ ਨੀਵਾਂਪਣ ਦਿਖਾਉਣਾ ਹੀ ਆ ਤੇ ਜਾਣ ਦਿਓ ਉਹਨੂੰ, ਜਿੱਥੇ ਜਾਂਦਾ ਜਾਣ ਦਿਓ, ਉਹਦੀ ਆਜ਼ਾਦੀ ਹੈ। ਜੇ ਤੁਹਾਡੀ ਆਜ਼ਾਦੀ ਹੈ ਗਾਲਾਂ ਕੱਢਣ ਦੀ, ਉੱਚੇ ਅਹੁਦੇ ਰੱਖਣ ਦੀ, ਤੇ ਜਾਂਦਾ ਜਾਣ ਦਿਓ। ਜੇ ਕ੍ਰਿਸਚਨ ਧਰਮ ਨੂੰ ਗੱਲ ਨਾਲ ਲਾਉਂਦਾ ਤੇ ਜਾਣ ਦਿਓ। ਜੇ ਮਤਲਬ ਸਾਡੇ ਆਪਣੇ ਵਿੱਚ ਇਹਨਾਂ ਦਮ ਹੀ ਹੈ ਨਹੀਂ ਵੀ ਅਸੀਂ ਉਹਨਾਂ ਨੂੰ ਆਪਣੇ ਨਾਲ ਗਾਲਾਂ ਲਾ ਲਈਏ, ਤੇ ਜਿਹੜਾ ਜਾਂਦਾ ਜਾਣ ਦਿਓ ਫਿਰ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਉਹ ਨਾ ਧਰਮ ਪਰਿਵਰਤਨ ਹੋਰ ਤਰੀਕੇ ਨਾਲ ਕਰਦੇ। ਮੈਂ ਲੰਮੀ ਗੱਲ ਨਾ ਇਸ ਕਰਕੇ ਬਾਤ ਕਰਾਂਗੇ ਆਪਾਂ। ਚਲੋ ਕੋਈ ਨਹੀਂ, ਆਪਾਂ ਜਿੱਤੇ ਆਪਾਂ ਨਸ਼ੇ ਵਾਲੀ ਗੱਲ ਕਰ ਲਈਏ ਪਹਿਲਾਂ। ਦੇਖੋ, ਸਿੱਖ ਧਰਮ ਦੇ ਵਿੱਚ ਇਹਦੇ ਬੜੀਆਂ ਬਹਾਦਰ ਔਰਤਾਂ ਰਹੀਆਂ। ਮਾਈ ਭਾਗੋ ਨੂੰ ਅੱਜ ਵੀ ਯਾਦ ਕਰਦੇ। ਹਾਂ ਬਿਲਕੁਲ। ਮਾਈ ਭਾਗੋ ਕੋਈ ਛੋਟੀ ਵੱਡੀ ਔਰਤ ਨਹੀਂ ਸੀ। ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਵੀ ਜਦੋਂ ਕੋਈ ਸਿੱਖ ਔਰਤ ਕੋਈ ਗਲਤ ਕੰਮ ਕਰਦੀ, ਉਹ ਬੜੀ ਚੁੱਭਦੀ। ਬਕਾਇਦਾ ਤੌਰ ਤੇ ਜਿਹੜੀ ਬੈਂਕ ਲੁੱਟਣ ਦੀ ਇੱਕ ਟੀਮ ਬਣਾਈ ਸੀ, ਇੱਕ ਗਰੋਹ ਬਣਾਇਆ ਸੀ, ਉਹਦੀ ਇੱਕ ਔਰਤ ਮੁਖੀ ਸੀ। ਜੇ ਔਰਤ ਮੁਖੀ ਬਣਦੀ ਜਰਾਇਮ ਪੇਸ਼ਾ ਚਲੀ ਗਈ ਹੈ, ਤਾਂ ਬਾਕੀ ਆਪਣੇ ਬੱਚਿਆਂ ਨੂੰ, ਬਾਕੀ ਸਮਾਜ ਨੂੰ ਕੀ ਸਿੱਧ ਦੇਵੇ? ਕਹਿੰਦੇ ਮਾਂ, ਜਿਹੜੀ ਮਾਂ ਹੁੰਦੀ ਹੈ ਨਾ ਜੀ, ਉਹ ਭੰਗੂਰੇ ਤੋਂ ਬੱਚੇ ਨੂੰ ਸਭ ਕੁਝ ਸਿਖਾਉਂਦੀ ਹੈ, ਤੇ ਜੋ ਸਿਖਾਉਂਦੀ ਉਹੀ ਪ੍ਰਵਾਨ ਛੱਡਦਾ। ਇਹ ਔਰਤ ਕਰਦੀ ਕੀ ਸੀ? ਇੱਕ ਸਲੂਨ 'ਚ ਲੱਗੀ ਸੀ, ਉੱਥੇ 4 ਪੈਸੇ ਵੱਧ ਆ ਗਏ ਬਣੇ, ਨਸ਼ੇ ਦੀ ਆਦੀ ਹੋ ਗਈ। ਇੱਕ ਕੁੜੀ ਤੋਂ ਹੋਰ ਆਦੀ ਕਰਤਾ, ਨਸ਼ੇ ਤੋਂ ਆਦੀ ਇੰਨੀ ਹੋ ਗਈ, ਨੌਕਰੀ ਛੁੱਟ ਗਈ। ਮੁੜ ਕੇ ਗਰੋਹ ਬਣਾਇਆ, ਗਰੋਹ ਬਣਾ ਕੇ ATM ਲੋਕੇਸ਼ਨ ਕਿਤੇ ਪਹਿਲਾਂ, ਫਿਰ ਬੈਂਕਾਂ ਵਾਲੇ ਪਾਸੇ ਹੋ ਗਏ, ਬੈਂਕ ਲੁੱਟ ਲਓ ਜੀ। ਹੁਣ ਉਹ ਫੜਿਆ ਗਿਆ ਗਰੋਹ। ਅੰਮ੍ਰਿਤਸਰ ਦੀ ਔਰਤ ਹੋਵੇ ਤੇ ਬਕਾਇਦਾ ਤੌਰ ਤੇ ਇਹੋ ਜਿਹਾ ਗਰੋਹ ਚਲਾਉਂਦੀ ਹੋਵੇ, ਅਸੀਂ ਕਹਿੰਦੇ ਅੰਮ੍ਰਿਤਸਰ ਗੁਰੂਆਂ ਪੀਰਾਂ ਪੈਗੰਬਰਾਂ ਸ਼ਹੀਦਾਂ ਭਗਤਾਂ ਦੀ ਧਰਤੀ। ਲੋਕ ਇੱਥੇ ਬੜਾ ਕੁਝ ਲੈਣ ਵਾਸਤੇ ਹੁੰਦੇ, ਪੂਰੀ ਦੁਨੀਆ ਚ ਹੁੰਦੇ ਵੀ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਆਈਏ, ਸਾਡਾ ਜੀਵਨ ਕੁਝ ਜਿਹੜਾ ਸੁਧਾਰ ਹੋ ਜਾਵੇ। ਇਹ ਥੋੜੀ ਚਿੰਤਾ ਦਾ ਵਿਸ਼ਾ। ਹੁਣ ਔਰਤਾਂ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਰੋਕਣਾ ਨੇ ਨਸ਼ੇ ਕਰਦੇ ਆਪਣੇ ਬੱਚੇ ਨੂੰ, ਜੇ ਉਹ ਨਸ਼ੇ ਕਰਨ ਲੱਗ ਪਏ, ਬੱਚੇ ਨੂੰ ਕਿੱਥੋਂ ਰੋਕਣਗੇ? ਬਿਲਕੁਲ। ਮੈਂ ਅੱਜ ਦੀ ਗੱਲ ਨਹੀਂ ਕਰਦਾ ਜੀ, ਮੈਂ 15 ਸਾਲ ਪਿੱਛੇ ਚਲ ਜਾਂਦਾ।
15 ਸਾਲ ਪਹਿਲਾਂ ਬਕਾਇਦਾ ਤੌਰ ਤੇ ਤਰਨਤਾਰਨ ਜ਼ਿਲ੍ਹੇ 'ਚ ਇੱਕ ਪਿੰਡ ਨਸ਼ਹਿਰਾ ਪਨੂਰ ਕੋਲ ਪੈਂਦਾ ਹੈ, ਨਾ ਪਿੰਡ ਦਾ ਕੀ ਲੈਣਾ। 15 ਸਾਲ ਪਹਿਲਾਂ ਉੱਥੇ ਜਿਹੜੇ ਬੱਚੇ ਵੀ ਕੀ, ਔਰਤਾਂ ਵੀ ਕੀ, ਆਦਮੀ ਵੀ ਕੀ, ਸਾਰੀ ਜ਼ਮੀਨ ਵਿੱਚ ਕੇ ਖਾ ਕੇ ਚੰਗੇ ਲੌਲਡ ਸੀ, ਨਸ਼ੇ ਵਾਲੀਆਂ ਗੋਲੀਆਂ ਖਾ ਕੇ। ਉਹਦੀ ਬਕਾਇਦਾ ਸਾਡੀ ਇੰਡੀਅਨ ਐਕਸਪ੍ਰੈਸ ਤੋੜ ਪਿੰਡ ਦੀ ਕੁੜੀ ਹੁੰਦੀ ਸੀ, ਉਹਨੇ ਸਟੋਰੀ ਕੀਤੀ ਸੀ, ਜਤਿੰਦਰ ਤੋੜ। ਇੰਡੀਅਨ ਐਕਸਪ੍ਰੈਸ ਸਟੋਰੀ ਛਪੀ। ਜਦੋਂ ਮੈਂ ਪੜ੍ਹੀ ਤੇ ਮੈਂ ਉਹਨੂੰ ਕਿਹਾ ਕਿ ਮੈਂ ਤੇਰੀ ਸਟੋਰੀ ਚੋਰੀ ਕਰ ਸਕਦਾ, ਕਹਿੰਦੀ ਤੁਸੀਂ ਹੋਰ ਮੈਟਰ ਲੈ ਲਓ। ਮੈਂ ਮੈਟਰ ਹੋਰ ਲਿਆ ਤੇ ਮੈਂ ਨਵੇਂ ਜ਼ਮਾਨੇ ਦੇ ਫਰੰਟ ਪਿੱਛੇ ਸਟੋਰੀ ਛਾਪੀ। ਪੰਜਾਬੀ ਸਾਡੀ ਖਾਲਸੀ ਅੰਗਰੇਜ਼ੀ ਪੜ੍ਹਦੇ ਨਹੀਂ। ਮੇਰੇ ਖਿਆਲ ਅਕਾਲ ਤਖਤ ਦੇ ਦਫ਼ਤਰ ਦੇ ਵਿੱਚ ਅੱਜ ਤੱਕ ਅੰਗਰੇਜ਼ੀ ਅਖਬਾਰੀ ਹੈ ਲਿਖੀ ਉੱਥੇ, ਪੰਜਾਬੀ ਛਪੀ, ਪੰਜਾਬੀ ਚ ਪੜ੍ਹੀ। ਤੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਿਆਰਥੀ ਕਹਿੰਦੇ ਕਿ ਉਹਨਾਂ ਦਾ ਘਰ ਮੈਂ ਜਾਣਾ, ਜਾ ਕੇ ਪਤਾ ਕੱਟਣਾ ਵੀ ਇਹ ਕਿਉਂ ਨਸ਼ੇ ਕਿਉਂ ਕਰਦੇ ਨੇ, ਧੌਣਾ ਕਿਸ ਤਰੀਕੇ ਨਾਲ ਗਏ ਸੀ। ਹਾਂ, ਬੇਚੇ ਪਕੜ ਗਏ ਵੀ ਸੀਗੇ ਘਰੇ। ਮੈਂ ਕਿਹਾ ਸ਼ਾਇਦ ਬਾਅਦ ਚਲ ਗਿਆ ਸੀ, ਹਾਂਜੀ ਹਾਂਜੀ, ਪਤਾ ਕਰਕੇ ਸਰ ਵੇਖ ਕੇ ਆਏ ਸੀ ਉਹਨਾਂ। ਦੁਖੀ ਸੀ ਬਹੁਤ ਜ਼ਿਆਦਾ ਯਾਰ, ਇਸ ਪਾਸੇ ਜਿਹੜੀਆਂ ਔਰਤਾਂ ਤੁਰ ਪਈਆਂ ਤੇ ਕਿਹੜੀ ਪਾਸੇ ਚੱਲ ਜਾਊ। ਹੁਣ ਜੇ ਪਿਛਲੇ 4 ਸਾਲਾਂ ਦਾ ਲੇਖਾ ਜੋਖਾ ਕਰ ਲਈਏ, ਚਾਵਲਾ ਸਾਹਿਬ ਪਿਛਲੇ 4 ਸਾਲਾਂ ਦੇ ਵਿੱਚ 43 ਔਰਤਾਂ ਹੁਣ ਤੱਕ ਫੜੀਆਂ ਜਾ ਚੁੱਕੀਆਂ ਨੇ ਜਿਹੜੇ ਨਸ਼ੇ ਵੇਚਦੇ। ਜੇ ਨਸ਼ੇ ਵੇਚਣੇ ਔਰਤਾਂ ਨੇ ਸ਼ੁਰੂ ਕਰ ਦਿੱਤੇ ਤੇ ਬਾਕੀ ਦੱਸੋ ਕੀ ਰਹਿ ਗਿਆ, ਕਿੱਥੋਂ ਅਸੀਂ ਜਾਵਾਂਗੇ ਤੇ ਸਾਨੂੰ ਸਾਡਾ ਸੁਧਾਰ ਕੌਣ ਕਰੂਗਾ। ਆਖਰੀ ਮੈਨੂੰ ਪਤਾ ਅਸੀਂ ਕਹਿੰਦੇ ਆ ਬੀਬੀ ਲక్ష్ਮੀ ਚਾਵਲਾ ਨੇ ਇੱਕ ਵਾਰੀ ਗੱਲ ਕਹੀ ਸੀ, ਸਰਕਟ ਹਾਊਸ ਤੇ ਮਿਨਿਸਟਰ ਸੀ, ਮੈਂ ਉਹਦੇ ਕੋਲ ਬੈਠਾ ਸੀਗਾ, ਉੱਥੇ ਕੁਝ ਔਰਤਾਂ ਸ਼ਿਕਾਇਤ ਲੈ ਕੇ ਆਈਆਂ ਸੀ। ਉਹਨੇ ਗੱਲਾਂ ਸਵਾਲ ਪੁੱਛਿਆ ਉਹਨਾਂ ਬੀਬੀਆਂ ਨੂੰ ਵੀ ਤੁਹਾਡੇ ਬਦਲੇ ਆਦਮੀ ਸ਼ਰਾਬ ਪੀਂਦੇ। ਇੱਕ ਬਜ਼ੁਰਗ ਬੋਲੀ, ਆਂਦੀ ਆਹੋ ਬੀਬੀ ਜੀ ਜਦੋਂ ਥੱਕੇ ਟੁੱਟੇ ਹੁੰਦੇ ਪੀ ਲੈਂਦੇ ਆ। ਉਹ ਕਹਿੰਦੀ ਕੀ ਗੱਲ ਔਰਤਾਂ ਹੀ ਥੱਕ ਰਹੀਆਂ? ਔਰਤਾਂ ਵੀ ਥੱਕ ਰਹੀਆਂ ਨੇ, ਕੰਮ ਕਰਦੀਆਂ, ਘਰ ਦਾ ਸਭ ਕੁਝ ਕਰਦੀਆਂ। ਇਸੇ ਕਰਕੇ ਹੁਣ ਔਰਤਾਂ ਦੇ ਵਿੱਚ ਜਿਹੜੀ ਨਸ਼ਿਆਂ ਦੀ ਪ੍ਰਵਿਰਤੀ ਵੱਧ ਰਹੀ ਹੈ, ਸਾਡਾ ਸਮਾਜ ਕਿਹੜੇ ਪਾਸੇ ਨੂੰ ਜਾਊਗਾ ਜੀ। ਅਸੀਂ ਮੁੰਡਿਆਂ ਦੀ ਗੱਲ ਕਰਦੇ ਸੀ, ਬੰਦਿਆਂ ਦੀ ਗੱਲ ਕਰਦੇ ਸੀ, ਔਰਤਾਂ ਚਲੇ ਗਈਆਂ ਤੇ ਫਿਰ ਸਮਾਜ ਨੂੰ ਬਚਾਉਣਾ ਬੜਾ ਮੁਸ਼ਕਲ ਹੈ। ਇਹਦੇ ਵਾਸਤੇ ਸਾਨੂੰ ਇਮੀਡੀਏਟਲੀ ਉਪਰਾਲੇ ਕਰਨੇ। ਪਰ ਸਰ ਸਵਾਲ ਤੇ ਲੰਬਾ ਜਵਾਬ ਹੋਣਾ ਤੁਹਾਡੇ ਕੋਲ, ਪਰ ਵਾਈਂਡ ਅਪ ਕਰ ਲਿਓ 3.5 ਮਿੰਟ ਦੇ ਵਿੱਚ। ਜਿਹੜਾ ਅਕਾਲੀ ਦਲ ਨੇ ਡੈਪੂਟੇਸ਼ਨ ਤੇ ਪੰਜਾਬ ਆਏ 112 ਡਾਕਟਰਾਂ ਨੂੰ ਵਾਪਸ ਭੇਜਣ ਦਾ ਕੀਤਾ ਵਿਰੋਧ, ਇਹਦੇ ਵਿੱਚ ਚੀਮਾ ਸਾਹਿਬ ਵੀ ਬੜਾ ਕੁਝ ਬੋਲੇ ਨੇ। ਹੁਣ ਆਪੋਜੀਸ਼ਨ ਦੇ ਸਰਕਾਰ ਦੇ ਵਿੱਚ ਨਹੀਂ, ਜਦੋਂ ਇਹ ਸਰਕਾਰ ਦੇ ਵਿੱਚ ਹੁੰਦੇ ਉਦੋਂ ਇਹੋ ਜਿਹੀ ਚੀਜ਼ਾਂ ਇਹਨਾਂ ਨੂੰ ਦਿਖਾਈ ਨਹੀਂ ਦਿੰਦੀਆਂ। ਹੁਣ ਬੜਾ ਕਰੋੜ ਕੇ ਬੋਲ ਰਹੇ ਨੇ, ਕੀ ਕਹਿਣਾ ਚਾਹੋਗੇ? ਦੇਖੋ ਡੈਪੂਟੇਸ਼ਨ ਦੇ ਡਾਕਟਰ ਆਏ ਤੇ ਉਹਨਾਂ ਦੀ ਜਿਹੜੀ ਜਿੱਥੇ ਇੱਥੋਂ ਆਏ ਨੇ ਉਹਨਾਂ ਦੇ ਪਿੱਤਰੀ ਡਿਸਟ੍ਰਿਕਟ ਜਾਂ ਆਪਣੇ ਸੂਬੇ ਨੂੰ ਬੁਲਾ ਸਕਦੇ ਨੇ। ਹੁਣ ਅਜੇ ਤੱਕ ਇਹ ਗੱਲ ਸਾਹਮਣੇ ਵੀ ਉਹਨਾਂ ਬੁਲਾਇਆ ਕਿ ਇਹ ਵਾਪਸ ਭੇਜ ਰਹੇ। ਜੀ ਜੀ, ਜੇ ਤੇ ਉਹਨਾਂ ਬੁਲਾਇਆ, ਉਹਨਾਂ ਦੇ ਪਿੱਤਰੀ ਸੂਬੇ ਨੇ ਬੁਲਾਇਆ ਤੇ ਫਿਰ ਤੇ ਨੂੰ ਜਾਣਾ ਪਊ। ਤੇ ਜੇ ਅਸੀਂ ਭੇਜ ਰਹੇ ਇੱਥੋਂ ਬਾਅਦ ਧੱਕੇ ਦਾ ਭੇਜ ਰਹੇ ਤੇ ਫਿਰ ਗੱਲ ਗਲਤ। ਉਹ ਡਾਕਟਰ ਸਾਡੇ ਜੇ ਵੱਡੇ ਪੀਜੀਆਈ ਹਸਪਤਾਲਾਂ ਦੇ ਵਿੱਚ ਲੱਗੇ ਨੇ, ਕੰਮ ਕਰ ਰਹੇ ਨੇ ਪਿਛਲੇ 5-10 ਸਾਲ ਤੋਂ। ਮੈਂ ਤਾਂ ਸੋਚਦਾ ਵੀ ਡੈਪੂਟੇਸ਼ਨ ਕੈਂਸਲ ਉਹਨੇ ਪੱਕੇ ਤੌਰ ਤੇ ਰੱਖ ਲਓ ਇੱਥੇ। ਪਹਿਲਾਂ ਕਿਹੜੇ ਮਹਿਕਮੇ ਕੀਤੇ ਤੁਸੀਂ ਦੱਸੋ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਕਿੰਨਾ ਰੌਲਾ ਪਿਆ ਸੀ, ਪ੍ਰਵਾਸੀ ਜਿਹੜੇ ਭਰਤੀ ਕਰਦੇ ਸਾਡੇ ਇੱਥੇ ਬੰਦੇ ਵੇਲੇ ਤੁਰੇ ਫਿਰਦੇ। ਜੀ ਜੀ, ਉਹਦੇ ਵਿੱਚ ਸਿਰਫ ਇੱਕ ਬੰਦੇ ਨੇ ਕਿਹਾ ਸੀਗਾ ਵੀ ਇਹ ਬੰਦੇ ਸ਼ੂਟਰ ਨੇ, ਇਸ ਕਰਕੇ ਭਰਤੀ ਕੀਤੇ। ਲੇਕਿਨ ਜਵਾਬ ਜੋ ਦੱਸਿਆ ਗਿਆ ਸੀ ਵੀ ਦੱਸੋ ਪੰਜਾਬ ਦੇ ਵਿੱਚ ਕਿਤੇ ਸ਼ੂਟਰ ਨਹੀਂ ਮਿਲਦੇ। ਪੰਜਾਬ ਦੇ ਨੌਜਵਾਨ ਇਹ ਕੰਮ ਨਹੀਂ ਕਰ ਸਕਦੇ, ਟ੍ਰੇਨਿੰਗ ਦਿਓ, ਸਭ ਕੁਝ ਕਰ ਲੈਣਗੇ, ਉਹਨਾਂ ਨੂੰ ਵਧੀਆ ਕਰ ਲੈਣਗੇ। ਦਿਓ ਟ੍ਰੇਨਿੰਗ ਉਹਨਾਂ ਨੂੰ। ਇਸ ਕਰਕੇ 112 ਡਾਕਟਰ ਜਿਹੜੀ ਗੱਲ ਕੀਤੀ ਜਾਈ ਆ, ਅਕਾਲੀ ਦਲ ਨੂੰ ਤੁਹਾਡੀ ਗੱਲ ਠੀਕ ਆ, ਜਦੋਂ ਆਪ ਸਰਕਾਰ ਸੱਤਾ ਹੁੰਦੇ ਉਦੋਂ ਚੇਤਾ ਨਹੀਂ ਹੁੰਦਾ ਕੋਈ। ਅੱਜ ਜ਼ਰੂਰ ਚੇਤਾ ਆਇਆ ਵਾ। ਚੰਗੀ ਗੱਲ ਅਸੀਂ ਤੇ ਕਹਿੰਦੇ ਕਿ 112 ਡਾਕਟਰ ਜਿਹੜੇ ਪਿਛਲੇ 5 ਸਾਲ ਤੋਂ 10 ਸਾਲ ਤੋਂ ਡੈਪੂਟੇਸ਼ਨ ਕੰਮ ਕਰਦੇ, ਜਿੱਦਾਂ ਉਹਨਾਂ ਕੰਮ ਕੀਤਾ ਇੱਥੇ, ਉਹਦਾ ਵੀ ਲੇਖੋ ਜੋਖਾ ਕੀਤਾ ਜਾਵੇ ਤੇ ਉਹਨਾਂ ਦੀ ਡੈਪੂਟੇਸ਼ਨ ਬਕਾਇਦਾ ਤੌਰ ਤੇ ਜੇ ਕਿਤੇ ਪਿੱਤਰੀ ਸੂਬੇ ਨੇ ਬੁਲਾਇਆ ਤਾਂ ਉਹਨਾਂ ਨੂੰ ਰਿਕੁਐਸਟ ਕੀਤੀ ਜਾਵੇ, ਭਾਈ ਸਾਡੇ ਕੋਲ ਕੰਮ ਠੀਕ ਠਾਕ ਕਰਨੇ, ਤੁਸੀਂ ਕੋਈ ਬੰਦੋਬਸਤ ਕਰੋ ਜੀ। ਲੇਕਿਨ ਇਹਨਾਂ ਗੱਲਾਂ ਵਾਸਤੇ ਧਿਆਨ ਨਹੀਂ ਕਿਸੇ ਦਾ ਵੀ ਹੈਗਾ ਕੋਈ। ਉਦੋਂ ਨਹੀਂ ਨਾ ਹੁੰਦਾ ਜਦੋਂ ਪਾਵਰ ਹੁੰਦੀ ਹੈ। ਗੱਲ ਤੇ ਉਹੀ ਕਰਦੇ ਪਏ ਨਾ, ਜਦੋਂ ਇਹਨਾਂ ਕੋਲ ਪਾਵਰ ਹੈ ਉਦੋਂ ਇਹਨਾਂ ਨੂੰ ਖਿਆਲ ਨਹੀਂ, ਉਦੋਂ ਇਹਨਾਂ ਨੂੰ ਚੇਤਾ ਨਹੀਂ ਵੀ ਅਸੀਂ ਕੁਝ ਕਰਨਾ ਆਪਣੇ ਸੂਬੇ ਦੇ ਬਸ਼ਿੰਦਿਆਂ ਵਾਸਤੇ। ਗੱਲ ਤੇ ਆ ਉੱਠ ਰਹੀ ਸੀ। ਚਲੋ ਬਹੁਤ ਸ਼ੁਕਰੀਆ। ਸਮਾਂ ਸਮਾਪਤੀ ਵਾਲੇ ਪਾਸੇ ਨੂੰ ਹੈ ਤੇ ਤੁਹਾਡਾ ਧੰਨਵਾਦ। ਤੁਸੀਂ ਬਹੁਤ
ਮਤਲਬ ਡੂੰਘਾਈ ਤੱਕ ਜਾਣੇ ਹੋ ਹਰ ਗੱਲ ਦੇ ਉੱਤੇ, ਔਰ ਜਾਣਾ ਵੀ ਚਾਹੀਦਾ। ਮਤਲਬ ਮਸਲਾ ਹੈ ਵੀ ਜਦੋਂ ਤੁਸੀਂ ਪਾਵਰ ਦੇ ਵਿੱਚ ਹੁੰਦੇ, ਸਵਾਲ ਤੇ ਹੁਣ ਪੁੱਛ ਲਓ ਤੁਸੀਂ, ਤੁਹਾਡੇ ਸਾਹਮਣੇ ਦਲਜੀਤ ਸਿੰਘ ਚੀਮਾ ਜੀ ਬੈਠੇ ਹੋਣਗੇ, ਉਹਨੂੰ ਪੁੱਛੋ ਜਦੋਂ ਪਾਵਰ ਦੇ ਵਿੱਚ ਗੱਲ ਤੇ ਦੂਜੇ ਜਿਹੜੇ ਨਾਲ ਬੈਠੇ ਹੋਣਗੇ ਉਹੀ ਤੁਹਾਡੀ ਜ਼ਬਾਨ ਚੁੱਪ ਕਰਾ ਦੇਣਗੇ। ਘੂਰੀਆਂ ਵੱਟਣ ਵਾਲੇ ਬੈਠੇ, ਅੱਜ ਕੱਲ੍ਹ ਤੇ ਘੂਰੀਆਂ ਵੱਟਣ ਵਾਲੇ ਵੀ ਨਾਲ ਬਿਠਾਏ ਹੁੰਦੇ ਇਹਨਾਂ ਨੇ। ਜੀ 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 ਮੁੱਛਾਂ ਨੂੰ ਵੱਟ ਦੇ ਕੇ ਸਵਾਲ ਕੋ ਪੁੱਛਦਾ ਪਿਆ, ਤੇਰੇ ਨਾਲ ਕਰਦੇ ਆ ਬਾਅਦ ਚ ਗੱਲ, ਹਨਾ। ਮਤਲਬ ਵੇਖੋ ਜੀ, ਆਪ ਹੀ ਕਹਿ ਦਿੰਦੇ ਆ, ਬਡੂੰਗਰ ਸਾਹਿਬ ਪ੍ਰਧਾਨ ਸੀ ਐਸਜੀਪੀਸੀ ਦੇ, ਤੇ ਗੋਬਿੰਦ ਸਿੰਘ ਲੋਕਸਭਾ ਸੀਗੇ, ਤੇ ਉਹ ਇਹਨਾਂ ਸਵਾਲ ਪੁੱਛਣਾ ਪੁੱਠਾ ਜਾ ਕੇ ਜਵਾਬ ਤੇ ਨਹੀਂ ਹੋਣਾ, ਤਾਂ ਕੋਈ ਜਵਾਬ ਤੇ ਕੀ ਮਿਲਦਾ ਸੀ? ਲੈ ਪੱਟੀ ਸਾਹਿਬ ਤੁਹਾਨੂੰ ਪੁੱਛ ਕੇ ਕੀਤਾ ਤੇ ਉਹ ਨਹੀਂ, ਬਸ ਤੁਹਾਨੂੰ ਬਦਨਾਮ ਕਰ ਦੇਣਾ, ਮੇਰਾ ਸੋਸਰ ਮਿਲ ਜਾਣਾ, ਬਸ ਤੁਹਾਨੂੰ ਬਦਨਾਮ ਕਰ ਦੇਣਾ ਇਹਨਾਂ ਨੇ। ਚਲੋ ਬਹੁਤ ਬਹੁਤ ਸ਼ੁਕਰੀਆ ਪੱਟੀ ਸਾਹਿਬ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।